ਇਹ ਵੀਡੀਓ ਦੇਖ ਰਹੇ 10th ਕਲਾਸ ਦੇ ਵਿਦਿਆਰਥੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੇਟਾ, ਮਾਈਸੈਲਫ ਸੰਦੀਪ ਕੁਮਾਰ, ਸਾਇੰਸ ਮਾਸਟਰ, ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਹਾਂ। ਬੇਟਾ, ਅੱਜ ਅਸੀਂ ਜੋ 10th ਕਲਾਸ ਦਾ ਚੈਪਟਰ 3rd ਹੈ, ਮੈਟਲਸ ਅਤੇ ਐਂਡ ਨੌਨ ਮੈਟਲਸ, ਇਹਦੇ ਬੇਟਾ ਜੋ ਤੁਹਾਡੇ ਬੁੱਕ ਦੇ ਕੁਐਸਚਨ ਆਨਸਰਸ ਨੇ, ਇਹਨਾਂ ਨੂੰ ਬੇਟਾ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਬੇਟਾ, ਜੋ ਇਹ ਕੁਐਸਚਨ ਆਨਸਰ ਨੇ, ਇਹ ਮੈਂ ਜੋ ਸਾਡੇ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਐਪ ਬਣਾਈ ਗਈ ਹੈ, ਪੰਜਾਬ ਐਡੂਕੇਅਰ ਐਪ, ਮੈਂ ਉਸ ਤੋਂ ਲੈ ਰਿਹਾ ਹਾਂ। ਪਹਿਲਾ ਕੁਐਸਚਨ ਹੈ ਬੇਟਾ ਕਿ ਅਜਿਹੀ ਧਾਤ ਦੀ ਉਦਾਹਰਨ ਦਿਓ ਜੋ, ਇਹਦੇ 4 ਪਾਰਟਸ ਨੇ ਅੱਗੇ ਕੁਐਸਚਨ ਦੇ। ਪਹਿਲਾ ਹੈ ਜੀ, ਕਮਰੇ ਦੇ ਤਾਪਮਾਨ 'ਤੇ ਤਰਲ ਹੈ। ਠੀਕ ਹੈ, ਅਜਿਹੀ ਧਾਤ ਜਿਹੜੀ ਕਮਰੇ ਦੇ ਤਾਪਮਾਨ 'ਤੇ ਤਰਲ ਹੁੰਦੀ ਹੈ। ਆਪਾਂ ਬੇਟਾ ਧਾਤਾਂ ਦੇ ਗੁਣ ਪੜ੍ਹੇ ਆ, ਜੋ ਉਹਦੀਆਂ ਭੌਤਿਕ ਗੁਣ ਹੈ ਧਾਤਾਂ ਦੇ, ਉਹਦੇ ਵਿੱਚ ਆਪਾਂ ਪੜ੍ਹਿਆ ਕਿ ਜਿਹੜੀਆਂ ਧਾਤਾਂ ਆ ਉਹ ਨੋਰਮਲੀ ਜੋ ਰੂਮ ਟੈਂਪਰੇਚਰ ਹੈ ਉੱਥੇ ਸੋਲਿਡ ਫਾਰਮ 'ਚ ਹੁੰਦੀਆਂ, ਠੋਸ ਫਾਰਮ 'ਚ ਹੁੰਦੀਆਂ। ਇਹ ਪੁੱਛ ਰਹੇ ਨੇ ਕਿ ਅਜਿਹੀ ਧਾਤ ਜਿਹੜੀ ਲਿਕੁਇਡ ਫਾਰਮ 'ਚ ਹੈ। ਠੀਕ ਹੈ, ਸੋ ਇਸ ਦਾ ਸਹੀ ਆਨਸਰ ਹੈ ਬੇਟਾ ਮਰਕਰੀ, ਪਾਰਾ। ਦੇਖੋ, ਪਾਰਾ ਆਪਾਂ ਬੇਟਾ ਜੋ ਸਾਡਾ ਥਰਮਾਮੀਟਰ ਹੈ, ਓਕੇ, ਜਿਹਨਾਂ ਆਪਾਂ ਬੁਖਾਰ ਚੈੱਕ ਕਰਦੇ ਹਾਂ, ਜਾਂ ਲੈਬ ਥਰਮਾਮੀਟਰ ਹੈ, ਉਹਨਾਂ ਵਿੱਚ ਬੇਟਾ ਮਰਕਰੀ ਫਿਲ ਕੀਤੀ ਜਾਂਦੀ ਹੈ। ਇਸ ਲਈ ਫਿਲ ਕੀਤੀ ਜਾਂਦੀ ਹੈ ਕਿ ਲਿਕੁਇਡ ਫਾਰਮ 'ਚ ਹੈ। ਓਕੇ, ਸੋ ਜੋ ਮਰਕਰੀ ਇੱਕ ਅਜਿਹੀ ਧਾਤ ਹੈ ਜਿਹੜੀ ਧਾਤ ਹੋਣ ਦੇ ਬਾਵਜੂਦ ਸਾਨੂੰ ਤਰਲ ਫਾਰਮ ਦੇ ਵਿੱਚ, ਲਿਕੁਇਡ ਫਾਰਮ 'ਚ ਮਿਲਦੀ ਹੈ। ਦੂਸਰਾ ਕੁਐਸਚਨ ਹੈ ਬੇਟਾ, ਸੌਖਿਆਂ ਚਾਕੂ ਨਾਲ ਕੱਟੀ ਜਾ ਸਕਦੀ ਹੈ ਅਜਿਹੀ ਧਾਤ। ਹੁਣ ਆਪਾਂ ਫਿਜ਼ੀਕਲ ਪ੍ਰੋਪਰਟੀਜ਼ ਜੋ ਪੜ੍ਹੀਆਂ ਧਾਤਾਂ ਦੀ, ਉਹਦੇ ਵਿੱਚ ਇਹ ਵੀ ਪੜ੍ਹਿਆ ਕਿ ਧਾਤਾਂ ਹਾਰਡ ਹੁੰਦੀਆਂ, ਸਖਤ ਹੁੰਦੀਆਂ। ਠੀਕ ਹੈ, ਪਰ ਐਸੀ ਕਿਹੜੀ ਧਾਤ ਹੋ ਗਈ ਜਿਹੜੀ ਚਾਕੂ ਨਾਲ ਕੱਟੀ ਜਾ ਸਕਦੀ ਹੈ? ਉਹਦੀਆਂ ਐਗਜ਼ਾਮਪਲਸ ਹੈ ਬੇਟਾ ਸੋਡੀਅਮ ਅਤੇ ਪੋਟਾਸ਼ੀਅਮ। ਕਿ ਸੋਡੀਅਮ ਅਤੇ ਪੋਟਾਸ਼ੀਅਮ ਇੱਦਾਂ ਦੀਆਂ ਧਾਤਾਂ ਨੇ ਜੋ ਸੌਫਟ ਹੁੰਦੀਆਂ ਔਰ ਉਹਨੂੰ ਆਪਾਂ ਚਾਕੂ ਨਾਲ ਕੱਟ ਸਕਦੇ ਹਾਂ। ਥਰਡ ਕੁਐਸਚਨ ਹੈ ਬੇਟਾ ਕਿ ਤਾਪ ਦੀ ਸਭ ਤੋਂ ਉੱਤਮ ਚਾਲਕ ਹੈ। ਸਭ ਤੋਂ ਉੱਤਮ ਚਾਲਕ, ਇਹ ਤਾਂ ਆਪਾਂ ਨੂੰ ਪਤਾ ਕਿ ਧਾਤਾਂ ਚਾਲਕ ਹੁੰਦੀਆਂ, ਕੰਡਕਟਰ ਹੈ, ਉਹਦੇ ਵਿੱਚੋਂ ਅਗਰ ਆਪਾਂ ਬਿਜਲੀ ਪਾਸ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬਿਜਲੀ ਈਜ਼ੀਲੀ ਪਾਸ ਹੋ ਜਾਂਦੀ ਹੈ। ਬਟ ਸਭ ਤੋਂ ਵਧੀਆ ਚਾਲਕ ਕਿਹੜੀ ਹੈ? ਜਿਵੇਂ ਬੇਟਾ ਆਪਾਂ ਨੋਰਮਲੀ ਘਰ ਦੇ ਵਿੱਚ ਜੋ ਸਾਡੀ ਬਿਜਲੀ ਦੀਆਂ ਤਾਰਾਂ ਆ, ਉਹ ਆਪਾਂ ਕਾਹਦੀਆਂ ਯੂਜ਼ ਕਰਦੇ ਹਾਂ? ਕਾਪਰ ਦੀਆਂ। ਠੀਕ ਹੈ, ਜਾਂ ਬਾਹਰ ਜੋ ਇਲੈਕਟ੍ਰਿਸਿਟੀ ਬੋਰਡ ਹੈ ਸਾਡਾ, ਜੋ ਬਾਹਰਲੀਆਂ ਤਾਰਾਂ ਸਾਡੀਆਂ ਘਰ ਤੋਂ ਬਾਹਰ, ਉਹ ਮੋਸਟਲੀ ਐਲੂਮੀਨੀਅਮ ਦੀਆਂ ਹੁੰਦੀਆਂ। ਠੀਕ ਹੈ, ਕਿਉਂਕਿ ਉਹ ਧਾਤਾਂ ਜਿਹੜੀਆਂ ਤਾਪ ਦੀਆਂ ਚਾਲਕ ਹੈ। ਬਟ ਸਭ ਤੋਂ ਉੱਤਮ ਚਾਲਕ ਕਿਹੜਾ ਹੈ? ਸਿਲਵਰ, ਭਾਵ ਚਾਂਦੀ। ਹੁਣ ਚਾਂਦੀ ਆਪਾਂ ਨਹੀਂ ਯੂਜ਼ ਕਰਦੇ ਕਿਉਂਕਿ ਚਾਂਦੀ ਬੇਟਾ ਅਗਰ ਆਪਾਂ ਤਾਰਾਂ ਯੂਜ਼ ਕਰਾਂਗੇ ਤਾਂ ਬਹੁਤ ਮਹਿੰਗੀਆਂ ਹੈ। ਠੀਕ ਹੈ, ਇਸ ਲਈ ਆਪਾਂ ਕਾਪਰ ਯੂਜ਼ ਕਰਦੇ ਹਾਂ। ਨੈਕਸਟ ਕੁਐਸਚਨ ਹੈ ਬੇਟਾ, ਫੋਰਥ ਪਾਰਟ ਇਸੇ ਕੁਐਸਚਨ ਦਾ, ਕਿ ਤਾਪ ਦੀ ਘੱਟ ਚਾਲਕ ਹੈ। ਸਾਰੀਆਂ ਧਾਤਾਂ ਤਾਪ ਦੀਆਂ ਚਾਲਕ ਹੁੰਦੀਆਂ, ਬਟ ਜਿਹੜੀ ਘੱਟ ਚਾਲਕ ਹੈ ਉਹਦੀ ਐਗਜ਼ਾਮਪਲ ਹੈ ਮਰਕਰੀ, ਭਾਵ ਪਾਰਾ। ਠੀਕ ਹੈ ਬੇਟਾ, ਸੋ ਇਹ ਸਾਡਾ ਪਹਿਲਾ ਕੁਐਸਚਨ ਸੀ। ਸੈਕੰਡ ਕੁਐਸਚਨ ਹੈ, ਕੁਟੀਨ ਯੋਗਤਾ ਅਤੇ ਖਚੀਣ ਯੋਗਤਾ ਦਾ ਭਾਵ ਸਮਝਾਓ। ਇਹ ਵੀ ਬੇਟਾ ਆਪਾਂ ਜੋ ਫਿਜ਼ੀਕਲ ਪ੍ਰੋਪਰਟੀਜ਼ ਪੜ੍ਹੀਆਂ ਮੈਟਲ ਦੀਆਂ, ਉਹਦੇ ਵਿੱਚ ਗੁਣਾਂ ਦਾ, ਕਿ ਧਾਤਾਂ ਕੁਟੀਨਯੋਗ ਹੁੰਦੀਆਂ, ਧਾਤਾਂ ਕੁਟੀਨਯੋਗ ਨਹੀਂ ਹੁੰਦੀਆਂ। ਠੀਕ ਹੈ, ਧਾਤਾਂ ਖਚੀਣਯੋਗ ਹੁੰਦੀਆਂ, ਧਾਤਾਂ ਖਚੀਣਯੋਗ ਨਹੀਂ ਹੁੰਦੀਆਂ। ਸੋ ਕੁਟੀਨਯੋਗਤਾ ਜਾਂ ਖਚੀਣਯੋਗਤਾ ਦਾ ਭਾਵ ਕੀ ਹੈ? ਕਿ ਧਾਤਾਂ ਨੂੰ ਆਪਾਂ ਕੁੱਟ ਕੇ ਬੇਟਾ ਪਤਲੀਆਂ ਚਾਦਰਾਂ ਬਣਾ ਸਕਦੇ ਹਾਂ। ਠੀਕ ਹੈ, ਅਗਰ ਆਪਾਂ ਧਾਤਾਂ ਨੂੰ ਕੁੱਟਣਾ ਸ਼ੁਰੂ ਕਰ ਦਈਏ ਹਥੌੜੀ ਦੇ ਨਾਲ, ਤਾਂ ਉਹਨੂੰ ਪਤਲੇ ਤੋਂ ਪਤਲੀ ਫਾਰਮ ਦੇ ਵਿੱਚ ਆਪਾਂ ਚੇਂਜ ਕਰ ਸਕਦੇ ਹਾਂ। ਠੀਕ ਹੈ, ਇਹਨੂੰ ਅਸੀਂ ਕਹਿੰਦੇ ਹਾਂ ਕੁਟੀਨਯੋਗਤਾ। ਖਚੀਣਯੋਗਤਾ ਦਾ ਭਾਵ ਕੀ ਹੈ? ਕਿ ਆਪਾਂ ਧਾਤਾਂ ਨੂੰ ਖਿੱਚ ਕੇ, ਅਗਰ ਆਪਾਂ ਨੂੰ ਖਿੱਚੀਏ ਇੱਕ ਸਾਈਡ ਵੱਲ ਨੂੰ, ਤਾਂ ਉਹਦੀ ਆਪਾਂ ਬਹੁਤ ਹੀ ਬਰੀਕ ਬਰੀਕ ਤਾਰਾਂ ਬਣਾ ਸਕਦੇ ਹਾਂ। ਠੀਕ, ਇਹਨੂੰ ਅਸੀਂ ਕਹਿੰਦੇ ਹਾਂ ਖਚੀਣਯੋਗਤਾ। ਸੋ ਇਹਨਾਂ ਦੇ ਗੁਣ ਕਰਕੇ ਹੀ ਆਪਾਂ ਦੇਖਦੇ ਹਾਂ ਬੇਟਾ, ਮਿਠਾਈ ਦੇ ਉੱਪਰ ਇੱਕ ਬਰਕ ਬਣਿਆ ਆ, ਉਹ ਧਾਤ ਦਾ ਬਣਿਆ ਹੁੰਦਾ। ਠੀਕ ਹੈ, ਔਰ ਇਹ ਕਿਉਂ ਬਣਾਇਆ ਜਾ ਸਕਦਾ? ਕਿਉਂਕਿ ਧਾਤਾਂ ਨੂੰ ਦੀਆਂ ਚਾਦਰਾਂ ਬਣਾ ਸਕਦੇ ਆਪਾਂ। ਜਾਂ ਆਪਾਂ ਗੋਲਡ ਦੇ ਦੇਖੋ ਬੇਟਾ ਕਿੰਨੇ ਗਹਿਣੇ ਬਣਦੇ ਆ, ਸਿਲਵਰ ਦੇ ਕਿੰਨੇ ਗਹਿਣੇ ਬਣਦੇ ਆ, ਕਿਉਂਕਿ ਉਹਨਾਂ ਵਿੱਚ ਗੁਣ ਹੁੰਦਾ, ਉਹਨਾਂ ਵਿੱਚ ਗੁਣ ਹੈ ਕੁਟੀਨਯੋਗਤਾ ਦਾ, ਖਚੀਣਯੋਗਤਾ ਦਾ। ਠੀਕ ਹੈ, ਕਿ ਆਪਾਂ ਉਹਨਾਂ ਦੀਆਂ ਉਹਨੂੰ ਅਲੱਗ-ਅਲੱਗ ਡਿਜ਼ਾਈਨ ਦੇ ਸਕਦੇ ਹਾਂ। ਇਹਨਾਂ ਵਿੱਚ ਪ੍ਰੋਪਰਟੀ ਹੈ ਧਾਤਾਂ ਦੇ ਵਿੱਚ। ਨੈਕਸਟ ਕੁਐਸਚਨ ਹੈ ਬੇਟਾ, ਕਿ ਸੋਡੀਅਮ ਨੂੰ ਕੈਰੋਸੀਨ ਵਿੱਚ ਡੁਬੋ ਕੇ ਕਿਉਂ ਰੱਖਿਆ ਜਾਂਦਾ ਹੈ? ਹੁਣ ਸੋਡੀਅਮ ਬੇਟਾ ਜੋ ਹੈ ਉਹ ਇੱਕ ਅਜਿਹੀ ਧਾਤ ਹੈ ਜਿਹਨੂੰ ਅਸੀਂ ਕੈਰੋਸੀਨ 'ਚ ਡੁਬੋ ਕੇ ਰੱਖ ਸਕਦੇ ਹਾਂ, ਆਪਾਂ ਉਹਨੂੰ ਬਾਹਰ ਨਹੀਂ ਰੱਖ ਸਕਦੇ। ਕਿਉਂ ਨਹੀਂ ਰੱਖ ਸਕਦੇ? ਕਿਉਂਕਿ ਸੋਡੀਅਮ ਦੇ ਨਾਲ ਆਪਾਂ ਪੋਟਾਸ਼ੀਅਮ ਦੀ ਵੀ ਗੱਲ ਕਰ ਸਕਦੇ ਇੱਥੇ, ਕਿ ਬਹੁਤ ਹੀ ਕਿਰਿਆਸ਼ੀਲ ਧਾਤਾਂ ਹੈ। ਬੇਟਾ ਅਗਰ ਆਪਾਂ ਇਹ ਥੋੜ੍ਹੀ ਦੇਰ ਵੀ ਆਪਾਂ ਬਾਹਰ ਪਿਆ ਰਹਿਣ ਦੇ ਇਹਨਾਂ ਨੂੰ ਨਾ,
ਤੇ ਹਵਾ ਦੇ ਵਿੱਚ ਤੇ ਨਮੀ ਦੇ ਸੰਪਰਕ ਦੇ ਵਿੱਚ ਆ ਕੇ ਇਹ ਹਾਈਡਰੋਜਨ ਗੈਸ ਪੈਦਾ ਕਰਦੀਆਂ, ਅੱਗ ਫੜ ਲੈਂਦੀਆਂ ਛੇਤੀ। ਠੀਕ ਹੈ, ਅਗਰ ਆਪਾਂ ਇਹਨੂੰ ਬਾਹਰ ਰੱਖਾਂਗੇ, ਦੇਖੋ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ, ਸਿੱਲ ਹੁੰਦੀ ਹਵਾ ਦੇ ਵਿੱਚ, ਹੈ ਨਾ, ਉਹਨੂੰ ਜਸਟ ਬਾਹਰ ਰੱਖ ਦਿਓ, ਜਸਟ ਬਾਹਰ ਰੱਖ ਦਿਓ ਤਾਂ ਉਹਨੂੰ ਆਪਣੇ ਆਪ ਅੱਗ ਲੱਗ ਜਾਊਗੀ। ਠੀਕ ਹੈ, ਸੋ ਇਸ ਲਈ ਆਪਾਂ ਇਹਨਾਂ ਨੂੰ ਬੇਟਾ ਹਵਾ ਅਤੇ ਪਾਣੀ ਦੇ ਨਾਲ ਸੰਪਰਕ ਤੋਂ ਬਚਾਉਣ ਦੇ ਲਈ ਆਪਾਂ ਇਹਨੂੰ ਮਿੱਟੀ ਦੇ ਤੇਲ ਦੇ ਵਿੱਚ ਜਾਂ ਕੈਰੋਸੀਨ ਦੇ ਵਿੱਚ ਡੁਬੋ ਕੇ ਰੱਖਦੇ। ਠੀਕ, ਨੈਕਸਟ ਕੁਐਸਚਨ ਹੈ ਬੇਟਾ ਫੋਰਥ, ਇਹਨਾਂ ਪ੍ਰਤੀਕਿਰਿਆਵਾਂ ਲਈ ਸਮੀਕਰਨ ਲਿਖੋ। ਪਹਿਲੀ ਪ੍ਰਤੀਕਿਰਿਆ ਕਿਹੜੀ ਹੈ? ਆਇਰਨ ਦੀ ਭਾਫ ਨਾਲ ਕਿਰਿਆ ਹੋਏਗੀ ਤਾਂ ਕੀ ਹੋਏਗਾ? ਦੂਸਰੀ ਹੈ ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਪਾਣੀ ਦੇ ਨਾਲ। ਅਗਰ ਆਪਾਂ ਪਹਿਲਾਂ ਦੇਖੀਏ ਬੇਟਾ, ਰਿਐਕਸ਼ਨ ਨਾਲ ਲਿਖਿਆ ਹੋਇਆ ਇਹਦੇ ਵਿੱਚ, ਆਇਰਨ ਭਾਫ ਨਾਲ ਕਿਰਿਆ ਕਰਕੇ ਆਇਰਨ ਦਾ ਇੱਕ ਚੁੰਬਕੀ ਆਕਸਾਈਡ ਅਤੇ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ। ਠੀਕ ਹੈ, ਹੁਣ ਦੇਖੋ ਬੇਟਾ, ਆਇਰਨ ਹੈ ਜੋ ਆਇਰਨ ਹੈ ਉਹਦਾ ਫਾਰਮੂਲਾ Fe। ਜਦੋਂ ਉਹ ਪਾਣੀ ਦੇ ਨਾਲ ਉਹਦਾ ਰਿਐਕਸ਼ਨ ਹੋਏਗਾ ਤਾਂ ਕੀ ਬਣੇਗਾ ਬੇਟਾ? ਆਇਰਨ ਦਾ ਇੱਕ ਚੁੰਬਕੀ ਆਕਸਾਈਡ ਜੋ Fe2O3 ਆ, ਇਹ ਆਇਰਨ ਦਾ ਚੁੰਬਕੀ ਆਕਸਾਈਡ ਹੈ, ਅਤੇ ਨਾਲ ਹਾਈਡਰੋਜਨ ਗੈਸ ਜਿਹੜੀ ਆ ਉਹ ਰਿਲੀਜ਼ ਹੋਏਗੀ। ਠੀਕ, ਸੈਕਿੰਡ ਗੱਲ ਕਰ ਰਿਹਾ ਬੇਟਾ, ਕੈਲਸ਼ੀਅਮ ਦੀ ਜਿਹੜੀ ਆ ਪਾਣੀ ਦੇ ਨਾਲ ਕਿਰਿਆ ਹੁੰਦੀ ਆ ਤਾਂ ਉਦੋਂ ਕੀ ਹੁੰਦਾ? ਠੀਕ, ਕੈਲਸ਼ੀਅਮ ਪਾਣੀ ਨਾਲ ਕਿਰਿਆ ਕਰਕੇ ਕੀ ਬਣਾਉਂਦਾ ਬੇਟਾ? ਕੈਲਸ਼ੀਅਮ ਦਾ ਫਾਰਮੂਲਾ ਹੈ ਪਾਣੀ H2 ਹੋ ਗਿਆ, ਕੈਲਸ਼ੀਅਮ ਹਾਈਡਰੋਕਸਾਈਡ, ਔਰ ਇਹਦੇ ਵਿੱਚ ਵੀ ਜੋ ਹਾਈਡਰੋਜਨ ਗੈਸ ਹੈ ਉਹ ਰਿਲੀਜ਼ ਹੁੰਦੀ ਹੈ। ਠੀਕ, ਥਰਡ ਬੇਟਾ ਗੱਲ ਕੀ ਹੈ ਕਿ ਪੋਟਾਸ਼ੀਅਮ। ਹੁਣ ਪੋਟਾਸ਼ੀਅਮ ਦੇਖੋ ਬੇਟਾ ਬਹੁਤ ਜ਼ਿਆਦਾ ਕਿਰਿਆਸ਼ੀਲ ਹੈ, ਆਪਾਂ ਉੱਪਰ ਵੀ ਗੱਲ ਕੀਤੀ ਹੈ ਇਸ ਤੋਂ ਪਹਿਲੇ ਕੁਐਸਚਨ ਦੇ ਵਿੱਚ ਕਿ ਪੋਟਾਸ਼ੀਅਮ ਬਹੁਤ ਹੀ ਕਿਰਿਆਸ਼ੀਲ ਇੱਕ ਜਿਹੜੀ ਧਾਤ ਹੈ। ਸੋ ਇਹ ਬੇਟਾ ਠੰਡੇ ਪਾਣੀ ਨਾਲ ਵੀ ਕਿਰਿਆ ਕਰ ਜਾਂਦੀ ਹੈ, ਔਰ ਜਦੋਂ ਠੰਡੇ ਪਾਣੀ ਨਾਲ ਵੀ ਕਿਰਿਆ ਕਰ ਜਾਂਦਾ ਤਾਂ ਜਦੋਂ ਪੋਟਾਸ਼ੀਅਮ ਪਾਣੀ ਨਾਲ ਕਿਰਿਆ ਕਰੇਗਾ ਤਾਂ ਪੋਟਾਸ਼ੀਅਮ ਹਾਈਡਰੋਕਸਾਈਡ ਅਤੇ ਇਹਦੇ ਵਿੱਚ ਵੀ ਹਾਈਡਰੋਜਨ ਗੈਸ ਜਿਹੜੀ ਆ ਉਹ ਰਿਲੀਜ਼ ਹੋਏਗੀ। ਫਰਕ ਕਿੰਨਾ ਹੈ ਕਿ ਜਿਹੜਾ ਪੋਟਾਸ਼ੀਅਮ ਹੈ ਈਜ਼ੀਲੀ ਉਹ ਠੰਡੇ ਪਾਣੀ ਨਾਲ ਵੀ ਕਿਰਿਆ ਕਰ ਜਾਏਗਾ। ਠੀਕ ਹੈ, ਸੋ ਇਹ 'ਚ ਆਪਾਂ ਦੇਖ ਸਕਦੇ ਹਾਂ ਬੇਟਾ ਕਿ ਸਾਰੀਆਂ ਧਾਤਾਂ ਇਹ, ਆਇਰਨ ਵੀ, ਕੈਲਸ਼ੀਅਮ ਵੀ, ਪੋਟਾਸ਼ੀਅਮ ਵੀ, ਔਰ ਸਾਰੀਆਂ ਧਾਤਾਂ ਜਦੋਂ ਪਾਣੀ ਨਾਲ ਕਿਰਿਆ ਕਰਦੀਆਂ ਤਾਂ ਹਾਈਡਰੋਜਨ ਗੈਸ ਹੀ ਰਿਲੀਜ਼ ਕਰਦੀਆਂ। ਸੋ ਇਹ ਪੁਆਇੰਟ ਹੈ ਬੇਟਾ, ਆਪਾਂ ਇਹਨੂੰ ਯਾਦ ਰੱਖ ਸਕਦੇ ਹਾਂ। ਠੀਕ, ਸੋ ਨੈਕਸਟ ਕੁਐਸਚਨ ਹੈ ਬੇਟਾ, ਫਿਫਥ ਕੁਐਸਚਨ ਹੈ ਕਿ A, B, C ਅਤੇ D ਇਹ ਚਾਰ ਧਾਤਾਂ ਦੇ ਨਮੂਨੇ ਲੈ ਗਏ। ਕੋਈ ਚਾਰੋਂ ਧਾਤਾਂ ਆ, ਨਾਮ ਨਹੀਂ ਦੱਸ ਰਿਹਾ ਧਾਤਾਂ ਦਾ, ਅਤੇ ਉਹਨਾਂ ਨੂੰ ਇੱਕ ਇੱਕ ਕਰਕੇ ਹੇਠਲੇ ਘੋਲਾਂ ਵਿੱਚ ਪਾਇਆ ਗਿਆ। ਘੋਲ ਕਿਹੜੇ ਨੇ ਬੇਟਾ? ਆਇਰਨ ਸਲਫੇਟ, ਕਾਪਰ ਸਲਫੇਟ, ਜ਼ਿੰਕ ਸਲਫੇਟ ਅਤੇ ਸਿਲਵਰ ਸਲਫੇਟ। ਠੀਕ, ਔਰ ਇਹਨਾਂ ਤੋਂ ਪ੍ਰਾਪਤ ਸਿੱਟਿਆਂ ਨੂੰ ਹੇਠ ਲਿਖੇ ਅਨੁਸਾਰ ਸਾਰਣੀਬੱਧ ਕੀਤਾ ਗਿਆ। ਨੀਚੇ ਇੱਕ ਸਾਰਣੀ ਬਣੀ ਹੋਈ ਹੈ। ਠੀਕ ਹੈ, ਹੁਣ ਇਹਨਾਂ ਦੇ ਅਕੋਰਡਿੰਗਲੀ ਆਪਾਂ ਆਨਸਰ ਦੇਣੇ ਆ ਕਿ ਇਸ ਸਾਰਣੀ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਧਾਤ ਕਿਹੜੀ ਆ? ਜੋੜਾ ਪਾਰਟ ਹੈ, ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ? ਦੂਸਰਾ ਪੁਆਇੰਟ ਹੈਗਾ ਬੇਟਾ, ਧਾਤ B ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਪਾਇਆ ਜਾਵੇ ਤਾਂ ਕੀ ਹੋਵੇਗਾ? ਔਰ ਥਰਡ ਹੈਗਾ, ਧਾਤ A, B, C, D ਅਤੇ D ਨੂੰ ਕਿਰਿਆਸ਼ੀਲਤਾ ਦੇ ਘਟਦੇ ਕ੍ਰਮ ਵਿੱਚ ਲਿਖੋ। ਠੀਕ, ਇਹ ਤੋਂ ਇਹ ਆਪਾਂ ਨੂੰ ਸਮਝਣ ਤੋਂ ਪਹਿਲਾਂ ਬੇਟਾ ਸਾਨੂੰ ਪਹਿਲਾਂ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਕਿ ਕਿਰਿਆਸ਼ੀਲਤਾ ਲੜੀ ਹੈ ਕੀ। ਦੇਖੋ ਤੁਹਾਡੀ ਜੋ ਚੈਪਟਰ ਤੁਸੀਂ ਡਿਟੇਲ ਦੇ ਵਿੱਚ ਬੇਟਾ ਰੀਡ ਕੀਤਾ ਹੋਏਗਾ, ਉਹਦੇ ਵਿੱਚ ਆਪਾਂ ਅਗਰ ਕਿਰਿਆਸ਼ੀਲਤਾ ਲੜੀ ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਜਦੋਂ ਧਾਤਾਂ ਨੂੰ ਉਹਨਾਂ ਦੀ ਕਿਰਿਆਸ਼ੀਲਤਾ ਦੇ ਘਟਦੇ ਕ੍ਰਮ ਦੇ ਵਿੱਚ ਜੋ ਕਿਰਿਆਵੱਧ ਕੀਤਾ ਜਾਂਦਾ, ਜੋ ਅਰੇਂਜ ਕੀਤਾ ਜਾਂਦਾ ਬੇਟਾ, ਉਹਨੂੰ ਅਸੀਂ ਕਿਰਿਆਸ਼ੀਲਤਾ ਲੜੀ ਕਹਿੰਦੇ ਹਾਂ। ਅਗਰ ਆਪਾਂ ਤੁਹਾਡੇ ਬੁੱਕ ਦੇ ਅਕੋਰਡਿੰਗਲੀ ਗੱਲ ਕਰੀਏ ਤਾਂ ਤੁਹਾਡੇ ਬੁੱਕ ਦੇ ਵਿੱਚ ਲੜੀ ਬਣੀ ਹੋਈ ਆ, ਉਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਬੇਟਾ ਜਿਹੜਾ ਪੋਟਾਸ਼ੀਅਮ ਹੈ ਉਹ ਸਭ ਤੋਂ ਵੱਧ ਕਿਰਿਆਸ਼ੀਲ ਹੈ, ਉਸ ਤੋਂ ਬਾਅਦ ਸੋਡੀਅਮ ਹੈ, ਫਿਰ ਕੈਲਸ਼ੀਅਮ ਹੈ, ਫਿਰ ਮੈਗਨੀਸ਼ੀਅਮ ਹੈ, ਫਿਰ ਐਲੂਮੀਨੀਅਮ ਹੈ, ਜ਼ਿੰਕ ਹੈ, ਆਇਰਨ ਹੈ, ਦੈਨ ਟਿਨ ਹੈ, ਲੈਡ ਹੈ। ਠੀਕ ਹੈ, ਇਹ ਸਾਰੇ ਦੇ ਸਾਰੇ ਧਾਤਾਂ ਜਿਹੜੀਆਂ ਬੇਟਾ ਹਾਈਡਰੋਜਨ ਤੋਂ ਜ਼ਿਆਦਾ ਕਿਰਿਆਸ਼ੀਲ ਹੁੰਦੀਆਂ। ਠੀਕ ਹੈ, ਉਸ ਤੋਂ ਬਾਅਦ ਆ ਜਾਂਦਾ ਕਾਪਰ ਹੈ ਜਾਂ ਮਰਕਰੀ ਹੈ ਜਾਂ ਸਿਲਵਰ ਹੈ ਅਤੇ ਗੋਲਡ ਹੈ, ਉਹ ਘੱਟ ਕਿਰਿਆਸ਼ੀਲ ਹੁੰਦੀਆਂ ਬਹੁਤ। ਠੀਕ ਹੈ, ਸੋ ਉਹ ਉਸ ਕਨਸੈਪਟ ਨੂੰ ਆਪਾਂ ਥੋੜ੍ਹਾ ਮਾਈਂਡ 'ਚ ਰੱਖਣਾ ਇਹਦੇ ਵਿੱਚ ਬੇਟਾ, ਤਾਂ ਆਪਾਂ ਇਹ ਕੁਐਸਚਨ ਹੈ ਜਿਹੜਾ ਵਧੀਆ ਤਰੀਕੇ ਨਾਲ ਅਟੈਂਪਟ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਦੇਖਿਆ ਜਾਵੇ, ਅਗਰ ਆਪਾਂ ਧਿਆਨ ਨਾਲ ਦੇਖੀਏ ਤਾਂ ਜਿਹੜੀ ਧਾਤ A ਆ ਬੇਟਾ, ਉਹਦੀ ਆਇਰਨ ਸਲਫੇਟ ਨਾਲ ਕੋਈ ਕਿਰਿਆ ਨਹੀਂ ਹੋ ਰਹੀ, ਆਇਰਨ ਸਲਫੇਟ ਨਾਲ ਕਿਰਿਆ ਨਹੀਂ ਹੋ ਰਹੀ। ਦੈਟ ਮੀਨਸ ਕਿ ਇਹ ਆਇਰਨ ਸਲਫੇਟ ਨਾਲੋਂ ਆਇਰਨ ਨਾਲੋਂ ਘੱਟ ਕਿਰਿਆਸ਼ੀਲ ਧਾਤ ਹੋਏਗੀ। ਠੀਕ ਹੈ, ਇਹ ਵੀ ਪ੍ਰੋਪਰਟੀ ਹੈ ਕਿ ਵਿਸਥਾਪਨ ਕਿਰਿਆ ਆਪਾਂ ਪੜ੍ਹਦੇ ਹਾਂ ਬੇਟਾ ਕਿ ਜਿਹੜੀ ਜ਼ਿਆਦਾ ਕਿਰਿਆਸ਼ੀਲ ਧਾਤ ਹੈ ਉਹ ਕਿਸੇ ਵੀ ਘੋਲ ਦੇ ਵਿੱਚੋਂ, ਹੁਣ ਆਇਰਨ ਸਲਫੇਟ ਹੈ
ਅਗਰ ਇਹਦੇ ਵਿੱਚ ਆਪਾਂ ਕਿੱਦਾਂ ਦੀ ਧਾਤ ਪਾਈਏ ਜਿਹੜੀ ਆਇਰਨ ਤੋਂ ਜ਼ਿਆਦਾ ਕਿਰਿਆਸ਼ੀਲ ਹੋਵੇ ਤਾਂ ਆਇਰਨ ਨੂੰ ਵਿਸਥਾਪਿਤ ਕਰ ਦੇਗੀ, ਮਤਲਬ ਆਪ ਉਹਦੀ ਜਗ੍ਹਾ ਲੈ ਲੇਗੀ ਤੇ ਆਇਰਨ ਅਲੱਗ ਹੋ ਜਾਏਗਾ। ਉਹਨੂੰ ਆਪਾਂ ਵਿਸਥਾਪਨ ਕਿਰਿਆ ਕਹਿ ਦਿੰਦੇ ਹਾਂ। ਇਹ ਤੋਂ ਸਾਨੂੰ ਇਹ ਪਤਾ ਲੱਗ ਜਾਏਗਾ ਬੇਟਾ ਕਿ ਇਹ ਧਾਤ, ਪਰਟੀਕੂਲਰ ਧਾਤ, ਅਗਰ ਏ ਦੀ ਗੱਲ ਕਰ ਰਹੇ ਹਾਂ, ਇਹਨਾਂ ਦੇ ਵਿੱਚੋਂ ਕਿਸ ਤੋਂ ਜ਼ਿਆਦਾ ਕਿਰਿਆਸ਼ੀਲ ਹੈ। ਠੀਕ ਹੈ, ਜੋ ਤੁਹਾਡਾ ਟੇਬਲ ਹੈ ਉਹਦੇ ਵਿੱਚ ਆਇਰਨ ਸਲਫੇਟ ਨਾਲ ਕੀ ਆ, ਕੋਈ ਪ੍ਰਤੀਕਿਰਿਆ ਨਹੀਂ। ਦੈਟ ਮੀਨਸ ਇਹ ਧਾਤ ਏ ਜੋ ਹੈ ਇਹ ਆਇਰਨ ਨਾਲੋਂ ਘੱਟ ਕਿਰਿਆਸ਼ੀਲ ਹੈ। ਠੀਕ, ਔਰ ਕਾਪਰ ਸਲਫੇਟ ਦੇ ਵਿੱਚੋਂ ਅਗਰ ਉਹ ਵਿਸਥਾਪਨ ਕਰ ਰਹੀ ਆ, ਦੈਟ ਮੀਨਸ ਕਿ ਕਾਪਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ। ਠੀਕ, ਔਰ ਅੱਗੇ ਗੱਲ ਨਹੀਂ ਕੀਤੀ ਸੀ ਤੇ ਡੀ ਦੀ, ਕੁਐਸਚਨ ਦੇ ਵਿੱਚ ਨਹੀਂ ਡਿਸਕਸ ਕੀਤਾ। ਜੋ ਤੁਹਾਡੇ ਬੁੱਕ ਦੇ ਵਿੱਚ ਹੈ ਉਹਦੇ ਅਕੋਰਡਿੰਗਲੀ ਆਪਾਂ ਗੱਲ ਕਰੀਏ। ਬੀ ਧਾਤ ਕਿਹੜੀ ਹੈ? ਦੇਖੋ ਬੀ ਧਾਤ ਬੇਟਾ ਆਇਰਨ ਸਲਫੇਟ ਦੇ ਵਿੱਚੋਂ ਆਇਰਨ ਨੂੰ ਵਿਸਥਾਪਿਤ ਕਰ ਦੇਗੀ, ਵਿਸਥਾਪਨ ਹੋ ਰਿਹਾ। ਠੀਕ ਹੈ, ਕਾਪਰ ਕੋਈ ਨਹੀਂ ਦੇ ਰਿਹਾ ਤੁਹਾਡੀ ਬੁੱਕ ਦੇ ਵਿੱਚ। ਕਿਉਂ ਨਹੀਂ ਦੇ ਰਹੇ? ਕਿਉਂਕਿ ਬੇਟਾ ਇੱਥੋਂ ਸਾਨੂੰ ਪਤਾ ਲੱਗ ਜਾਏਗਾ ਜਿਹੜੀ ਧਾਤ ਆਇਰਨ ਸਲਫੇਟ ਦੇ ਵਿੱਚੋਂ ਆਇਰਨ ਨੂੰ ਵਿਸਥਾਪਿਤ ਕਰ ਰਹੀ ਆ, ਦੈਟ ਮੀਨਸ ਉਹ ਆਇਰਨ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ। ਜ਼ਿੰਕ ਸਲਫੇਟ ਨਾਲ ਕੋਈ ਕਿਰਿਆ ਨਹੀਂ ਹੋ ਰਹੀ। ਅਗਰ ਆਪਾਂ ਬੇਟਾ ਕਿਰਿਆਸ਼ੀਲਤਾ ਲੜੀ ਦੇ ਅਕੋਰਡਿੰਗਲੀ ਦੇਖੀਏ ਨਾ, ਤਾਂ ਇਹਨਾਂ ਅਗਰ ਆਪਾਂ ਉੱਪਰਲੇ ਚਾਰਾਂ ਦੀ ਗੱਲ ਕਰੀਏ ਨਾ, ਥੋੜ੍ਹਾ ਜਿਹਾ ਇਹਨੂੰ ਸਮਝ ਲਈਏ। ਆਇਰਨ ਸਲਫੇਟ ਹੈ, ਕਾਪਰ ਸਲਫੇਟ ਹੈ, ਜ਼ਿੰਕ ਸਲਫੇਟ ਹੈ, ਸਿਲਵਰ ਸਲਫੇਟ ਹੈ। ਤੇ ਇਹਨਾਂ ਵਿੱਚੋਂ ਜਿਹੜਾ ਜ਼ਿੰਕ ਹੈ ਬੇਟਾ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਹੈ। ਠੀਕ ਹੈ, ਜ਼ਿੰਕ ਸਭ ਤੋਂ ਜ਼ਿਆਦਾ ਆ, ਆਇਰਨ 2 ਨੰਬਰ 'ਤੇ ਆ, ਫਿਰ ਕਾਪਰ ਹੈ ਅਤੇ ਫਿਰ ਸਿਲਵਰ ਹੈ। ਠੀਕ ਹੈ, ਬਟ ਆਪਾਂ ਨੂੰ ਕੁਐਸਚਨ ਦੇ ਵਿੱਚ ਇਹ ਨਹੀਂ ਪੁੱਛਿਆ, ਕੁਐਸਚਨ ਦੇ ਵਿੱਚ ਇਹ ਨਹੀਂ ਪੁੱਛਿਆ। ਹੁਣ ਇਹਦੇ ਵਿੱਚ ਸਿੰਪਲ ਗੱਲ ਇਹ ਆ ਕਿ ਜਿਹੜੀ ਜ਼ਿੰਕ ਸਲਫੇਟ ਨੂੰ ਵਿਸਥਾਪਿਤ ਨਹੀਂ ਕਰ ਰਹੀ, ਦੈਟ ਮੀਨ ਉਹ ਜ਼ਿੰਕ ਤੋਂ ਤਾਂ ਘੱਟ ਕਿਰਿਆਸ਼ੀਲ ਹੈ ਬਟ ਆਇਰਨ ਤੋਂ ਜ਼ਿਆਦਾ ਆ। ਅਗਰ ਆਪਾਂ ਬੀ ਨੂੰ ਦੇਖੀਏ, ਸੋ ਬੀ ਜਿਹੜੀ ਆਇਰਨ ਤੋਂ ਜ਼ਿਆਦਾ ਹੋ ਗਈ। ਹੁਣ ਸੀ ਆ ਜਿਹੜਾ ਬੇਟਾ, ਦੇਖੋ ਸੀ ਨਾ ਆਇਰਨ ਨੂੰ ਵਿਸਥਾਪਿਤ ਕਰ ਰਹੀ ਹੈ ਉਹਦੇ ਸਲਫੇਟ ਦੇ ਵਿੱਚੋਂ, ਨਾ ਕਾਪਰ ਨੂੰ ਵਿਸਥਾਪਿਤ ਕਰ ਰਹੀ ਹੈ ਕਾਪਰ ਸਲਫੇਟ ਦੇ ਵਿੱਚੋਂ, ਨਾ ਜ਼ਿੰਕ ਨੂੰ ਵਿਸਥਾਪਿਤ ਕਰ ਰਹੀ ਹੈ ਜ਼ਿੰਕ ਸਲਫੇਟ ਦੇ ਵਿੱਚੋਂ, ਸਿਰਫ ਸਿਲਵਰ ਨੂੰ ਵਿਸਥਾਪਿਤ ਕਰ ਰਹੀ ਹੈ ਸਿਲਵਰ ਸਲਫੇਟ ਦੇ ਸੋਲੂਸ਼ਨ ਦੇ ਵਿੱਚੋਂ। ਦੈਟ ਮੀਨਸ ਜਿਹੜੀ ਸੀ ਧਾਤ ਹੈ ਉਹ ਸਿਲਵਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੋ ਗਈ, ਬਟ ਨਾ ਉਹ ਜ਼ਿੰਕ ਨਾਲੋਂ ਜ਼ਿਆਦਾ ਹੈ, ਨਾ ਕਾਪਰ ਨਾਲੋਂ ਜ਼ਿਆਦਾ ਹੈ, ਨਾ ਆਇਰਨ ਨਾਲੋਂ ਜ਼ਿਆਦਾ ਹੈ। ਡੀ ਦੇਖੋ ਕੁਝ ਵੀ ਨਹੀਂ ਕਰ ਰਹੀ, ਕਿਸੇ ਨੂੰ ਵੀ ਕਿਸੇ 'ਚੋਂ ਵਿਸਥਾਪਿਤ ਨਹੀਂ ਕਰ ਰਹੇ, ਦੈਟ ਮੀਨਸ ਕਿ ਇਹ ਸਭ ਤੋਂ ਘੱਟ ਕਿਰਿਆਸ਼ੀਲ ਹੈ। ਠੀਕ, ਹੁਣ ਇਹ ਗੱਲ ਸਮਝਣ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ, ਇਹਨਾਂ ਕੁਐਸਚਨ ਦੇ ਆਨਸਰ ਦੇ ਸਕਦੇ ਹਾਂ। ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ? ਪਹਿਲਾਂ ਹੁਣ ਦੇਖੋ ਬੇਟਾ, ਇਹਦੇ ਵਿੱਚੋਂ ਜੋ ਬੀ ਧਾਤ ਹੈ ਸਭ ਤੋਂ ਵੱਧ ਕਿਰਿਆਸ਼ੀਲ ਹੈ। ਕਿਉਂ? ਕਿਉਂਕਿ ਉਹ ਆਇਰਨ ਸਲਫੇਟ ਨੂੰ ਆਇਰਨ 'ਚੋਂ ਵਿਸਥਾਪਿਤ ਕਰ ਰਹੀ ਹੈ, ਜ਼ਿੰਕ ਨੂੰ ਨਹੀਂ ਕਰ ਰਹੀ। ਉਹ ਜ਼ਿੰਕ ਨਾਲੋਂ ਜ਼ਿਆਦਾ ਕਿਰਿਆਸ਼ੀਲਤਾ ਨਹੀਂ ਹੈ, ਬਟ ਅਗਰ ਆਇਰਨ ਨੂੰ ਵਿਸਥਾਪਿਤ ਕਰ ਰਹੀ ਹੈ। ਹੋਰ ਕੋਈ ਵੀ ਧਾਤ ਜਿਹੜੀ ਹੈ ਏ ਬੀ ਸੀ ਡੀ ਦੇ ਏ ਸੀ ਡੀ 'ਚੋਂ ਆਇਰਨ ਨੂੰ ਵਿਸਥਾਪਿਤ ਨਹੀਂ ਕਰ ਪਾ ਰਹੀ, ਦੈਟ ਮੀਨਸ ਕਿ ਬੀ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਹੈ। ਠੀਕ, ਧਾਤ ਬੀ ਨੂੰ ਅਗਰ ਕਾਪਰ ਸਲਫੇਟ ਦੇ ਘੋਲ ਵਿੱਚ ਪਾਇਆ ਜਾਵੇ ਤਾਂ ਕੀ ਹੋਵੇਗਾ? ਹੁਣ ਧਾਤ ਬੀ ਆਪਾਂ ਕਹਿ ਦਿੱਤਾ ਬੇਟਾ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਹੈ, ਦੈਟ ਮੀਨ ਕਿ ਅਗਰ ਉਹਨੂੰ ਕਾਪਰ ਸਲਫੇਟ ਦੇ ਘੋਲ ਦੇ ਵਿੱਚ ਵੀ ਪਾਇਆ ਜਾਵੇ ਤਾਂ ਕਾਪਰ ਨੂੰ ਵਿਸਥਾਪਿਤ ਕਰ ਦੇਗੀ। ਜਦ ਇਹ ਆਇਰਨ ਨੂੰ ਵਿਸਥਾਪਿਤ ਕਰ ਸਕਦੀ ਆ, ਆਇਰਨ ਕਾਪਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ, ਤਾਂ ਫਿਰ ਕਾਪਰ ਨੂੰ ਵੀ ਵਿਸਥਾਪਿਤ ਕਰ ਦੇਗੀ। ਉਹ ਕੀ ਹੋਏਗਾ ਕਿ ਕਾਪਰ ਨੂੰ ਜਦੋਂ ਵਿਸਥਾਪਿਤ ਕਰ ਦੇਗੀ, ਜਿਹੜਾ ਕਾਪਰ ਸਲਫੇਟ ਦਾ ਘੋਲ ਹੁੰਦਾ ਬੇਟਾ ਉਹ ਬਲੂ ਕਲਰ ਦਾ, ਨੀਲੇ ਰੰਗ ਦਾ, ਉਹ ਨੀਲੇ ਰੰਗ ਦਾ ਘੋਲ ਜਿਹੜਾ ਬਦਲ ਜਾਊਗਾ। ਠੀਕ, ਔਰ ਥਰਡ ਕੁਐਸਚਨ ਹੈ ਏ ਬੀ ਸੀ ਅਤੇ ਡੀ ਨੂੰ ਕਿਰਿਆਸ਼ੀਲਤਾ ਦੇ ਘਟਦੇ ਕ੍ਰਮ ਵਿੱਚ ਲਿਖੋ। ਸਭ ਤੋਂ ਜ਼ਿਆਦਾ ਕਿਰਿਆਸ਼ੀਲ ਕਿਹੜੀ ਹੋਊਗੀ ਬੇਟਾ? ਬੀ, ਉਸ ਤੋਂ ਘੱਟ ਏ, ਉਸ ਤੋਂ ਘੱਟ ਸੀ ਅਤੇ ਸਭ ਤੋਂ ਘੱਟ ਡੀ। ਠੀਕ, ਨੈਕਸਟ ਕੁਐਸਚਨ ਹੈ ਬੇਟਾ, ਜਦੋਂ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਆਇਰਨ ਕਿਰਿਆ ਕਰਦਾ ਹੈ ਤੇ ਇਸ ਦੀ ਰਸਾਇਣਕ ਪ੍ਰਤੀਕਿਰਿਆ ਲਿਖੋ। ਤੇਜ਼ਾਬ ਨੂੰ ਕਿਰਿਆਸ਼ੀਲਤਾ ਧਾਤ ਉੱਤੇ ਪਾਇਆ ਜਾਂਦਾ ਹੈ ਤਾਂ ਕਿਹੜੀ ਗੈਸ ਉਤਪੰਨ ਹੁੰਦੀ ਹੈ? ਇਹਦਾ ਬਟ ਇੱਕ ਮੇਨ ਕਨਸੈਪਟ ਯਾਦ ਰੱਖਣਾ ਕਿ ਕੋਈ ਵੀ ਧਾਤ ਹੈ, ਕੋਈ ਵੀ ਧਾਤ ਹੈ, ਕੋਈ ਵੀ ਧਾਤ ਹੈ ਬੇਟਾ, ਔਰ ਉਹ ਜਦੋਂ ਵੀ ਤੇਜ਼ਾਬ ਨਾਲ ਕਿਰਿਆ ਕਰਦੀ ਆ, ਕੋਈ ਵੀ ਐਸਿਡ ਲੈ ਲਈਏ, ਠੀਕ ਹੈ, ਤਾਂ ਹਾਈਡਰੋਜਨ ਜਿਹੜੀ ਗੈਸ ਹੈ ਉਹ ਰਿਲੀਜ਼ ਹੁੰਦੀ ਹੈ। ਠੀਕ, ਇਹ ਗੱਲ ਨੂੰ ਤੁਸੀਂ ਬਿਲਕੁਲ ਧਿਆਨ 'ਚ ਰੱਖਣਾ। ਕੋਈ ਵੀ ਧਾਤ ਹੋਵੇ, ਇੱਥੇ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਬੇਟਾ ਆਇਰਨ ਅਤੇ ਤੇਜ਼ਾਬ, ਕਿਹੜਾ ਲੈ ਰਹੇ ਹਾਂ? H2SO4 ਸਲਫਿਊਰਿਕ ਐਸਿਡ। ਜਦੋਂ ਇਹਨਾਂ ਕਿਰਿਆ ਹੋਏਗੀ ਤਾਂ ਕੀ ਹੋਏਗਾ? ਆਇਰਨ ਜਿਹੜਾ ਆ ਉਹ ਸਲਫੇਟ ਨੂੰ, ਹਾਈਡਰੋਜਨ ਨੂੰ ਆਪਾਂ ਕਹਿ ਲਈਏ ਵਿਸਥਾਪਿਤ ਕਰ ਦੇਗਾ। ਇਹਦੇ ਵਿੱਚ ਇੱਕ ਕਨਸੈਪਟ ਦਾ ਧਿਆਨ ਰੱਖਣਾ ਬੇਟਾ, ਜਿਹੜੀਆਂ ਧਾਤਾਂ ਹਾਈਡਰੋਜਨ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ, ਜਿਵੇਂ ਮੈਂ ਗੱਲ ਕੀਤੀ ਆ, ਪੋਟਾਸ਼ੀਅਮ ਹੈ, ਸੋਡੀਅਮ ਹੈ, ਕੈਲਸ਼ੀਅਮ ਹੈ, ਮੈਗਨੀਸ਼ੀਅਮ ਹੈ, ਐਲੂਮੀਨੀਅਮ ਹੈ, ਜ਼ਿੰਕ ਹੈ, ਜਾਂ ਆਇਰਨ ਹੈ, ਟਿਨ ਹੈ, ਲੈਡ ਹੈ, ਇਹ ਆਇਰਨ ਹਾਈਡਰੋਜਨ ਤੋਂ ਜ਼ਿਆਦਾ ਕਿਰਿਆਸ਼ੀਲ ਹੈ।
ਸੋ ਈਜ਼ੀਲੀ ਵਿਸਥਾਪਿਤ ਕਰ ਦਿੰਦੀਆਂ। ਉਹ ਤੱਤਾਂ ਤਾਂ ਈਜ਼ੀਲੀ ਹਾਈਡਰੋਜਨ ਗੈਸ ਪੈਦਾ ਕਰ ਦੇਣਗੀਆਂ। ਜਿਹੜੀਆਂ ਘੱਟ ਕਿਰਿਆਸ਼ੀਲ ਨੇ ਬੇਟਾ ਉਹ ਤੇਜ਼ਾਬ ਨਾਲ ਕਿਰਿਆ ਨਹੀਂ ਕਰੂਗੀ। ਠੀਕ ਹੈ। ਸੋ ਉਹ ਤੱਤਾਂ ਜਿਹੜੀਆਂ ਤੇਜ਼ਾਬ ਹਾਈਡਰੋਜਨ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ, ਬਹੁਤ ਈਜ਼ੀਲੀ ਹਾਈਡਰੋਜਨ ਗੈਸ ਜਿਹੜੀਆਂ ਉਹ ਵਿਸਥਾਪਿਤ ਕਰ ਦੇਣਗੇ। ਠੀਕ। ਸੋ ਇਹੀ ਆਨਸਰ ਹੋਏਗਾ ਕਿ ਆਇਰਨ ਜਿਹੜਾ ਹੈ ਪਤਲੇ ਹਾਈਡਰੋਲਿਕ ਤੇਜ਼ਾਬ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦਾ। ਠੀਕ ਹੈ ਬੇਟਾ। ਨੈਕਸਟ ਕੁਐਸਚਨ ਹੈ, ਜਦੋਂ ਤੁਸੀਂ ਜ਼ਿੰਕ ਨੂੰ ਆਇਰਨ ਸਲਫੇਟ ਦੇ ਘੋਲ ਵਿੱਚ ਪਾਉਂਦੇ ਹੋ ਤਾਂ ਤੁਸੀਂ ਕੀ ਵੇਖਦੇ ਹੋ? ਵਾਪਰਦੀ ਰਸਾਇਣਕ ਪ੍ਰਤੀਕਿਰਿਆ ਲਿਖੋ। ਦੇਖੋ ਇਹੀ ਗੱਲ ਫਿਰ ਆ ਗਈ ਬੇਟਾ, ਰਿਪੀਟ ਗੱਲ ਹੋ ਰਹੀ ਆ। ਮਤਲਬ ਕੀ ਆ ਬੇਟਾ? ਅੰਡਰਸਟੈਂਡਿੰਗ ਇਜ਼ ਮਸਟ। ਦੇਖੋ ਸਾਇੰਸ ਜਿਹੜੀ ਆ ਇੱਕ ਇੱਦਾਂ ਦਾ ਸਬਜੈਕਟ ਹੈ ਬੇਟਾ ਜਿਹਦੇ ਵਿੱਚ ਤੁਸੀਂ ਹਰੇਕ ਚੀਜ਼ ਨੂੰ, ਹਰੇਕ ਕਨਸੈਪਟ ਨੂੰ ਸਮਝਣਾ। ਪਹਿਲਾਂ ਦੇਖੋ ਕਨਸੈਪਟ ਉੱਪਰਲੇ 2-3 ਕੁਐਸਚਨਾਂ ਦੀ ਆਪਾਂ ਗੱਲ ਕਰ ਲਈ। ਇੱਕੋ ਕਨਸੈਪਟ ਕੰਮ ਕਰ ਰਿਹਾ ਕਿ ਜ਼ਿਆਦਾ ਕਿਰਿਆਸ਼ੀਲ ਧਾਤ ਘੱਟ ਕਿਰਿਆਸ਼ੀਲ ਧਾਤ ਨੂੰ ਉਹਦੇ ਘੋਲ ਦੇ ਵਿੱਚੋਂ ਵਿਸਥਾਪਿਤ ਕਰਦੀ ਹੈ। ਠੀਕ। ਹੁਣ ਇਹਦੇ ਵਿੱਚ ਵੀ ਇਹੀ ਗੱਲ ਆ ਰਹੀ ਹੈ। ਦੇਖੋ ਅਗਰ ਤੁਹਾਨੂੰ ਕਿਰਿਆਸ਼ੀਲਤਾ ਲੜੀ ਦਾ ਪਤਾ ਕਿ ਧਾਤਾਂ ਨੂੰ ਸਾਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਧਾਤ ਕਿਹੜੀ ਹੈ, ਉਸ ਤੋਂ ਘੱਟ ਕਿਹੜੀ ਹੈ, ਉਸ ਤੋਂ ਘੱਟ ਕਿਹੜੀ ਹੈ, ਆਪਾਂ ਈਜ਼ੀਲੀ ਇਹਨਾਂ ਕੁਐਸਚਨਸ ਦੇ ਆਨਸਰ ਦੇ ਸਕਦੇ ਹਾਂ। ਹੁਣ ਜ਼ਿੰਕ ਤੇ ਆਇਰਨ ਸਲਫੇਟ ਦੇ ਵਿੱਚੋਂ ਸਾਨੂੰ ਇਹ ਕਲੀਅਰ ਹੋਵੇ ਕਿ ਜ਼ਿਆਦਾ ਕਿਰਿਆਸ਼ੀਲ ਕਿਹੜੀ ਆ? ਕਿਹੜੀ ਆ? ਜ਼ਿੰਕ ਜ਼ਿਆਦਾ ਰਿਐਕਟਿਵ ਹੈ। ਇਹੀ ਹੋ ਰਿਹਾ ਇਹਦੇ ਵਿੱਚੋਂ, ਜ਼ਿੰਕ ਆਇਰਨ ਨਾਲੋਂ ਵੱਧ ਕਿਰਿਆਸ਼ੀਲ ਧਾਤ ਹੈ। ਇਸ ਲਈ ਜ਼ਿੰਕ ਆਇਰਨ ਨੂੰ ਆਇਰਨ ਸਲਫੇਟ ਦੇ ਘੋਲ ਵਿੱਚੋਂ ਵਿਸਥਾਪਿਤ ਕਰ ਦੇਵੇਗੀ ਤੇ ਘੋਲ ਦਾ ਰੰਗ ਹਲਕੇ ਹਰੇ ਤੋਂ ਰੰਗਹੀਣ ਹੋ ਜਾਂਦਾ ਹੈ। ਜੋ ਬੇਟਾ ਆਇਰਨ ਸਲਫੇਟ ਦਾ ਨਾ ਰੰਗ ਹੈ ਉਹ ਹਰਾ ਹੁੰਦਾ, ਹਲਕਾ ਹਰਾ। ਉਹਦੇ ਵਿੱਚ ਜ਼ਿੰਕ ਪਾਵਾਂਗੇ ਤਾਂ ਜ਼ਿੰਕ ਸਲਫੇਟ ਆਇਰਨ ਸਲਫੇਟ ਦਾ ਘੋਲ ਹੈ, ਹਰਾ ਰੰਗ ਉਹ ਖਤਮ ਹੋ ਜਾਏਗਾ ਕਿਉਂਕਿ ਆਇਰਨ ਸਲਫੇਟ ਹੀ ਨਹੀਂ ਰਹੇਗਾ ਬੇਟਾ। ਕੀ ਬਣ ਜਾਏਗਾ? ਉਹ ਬਣ ਜਾਏਗਾ ਜ਼ਿੰਕ ਸਲਫੇਟ ਤੇ ਆਇਰਨ। ਔਰ ਜ਼ਿੰਕ ਸਲਫੇਟ ਜਿਹੜਾ ਆ ਉਹ ਕਲਰਲੈਸ ਹੈ। ਅਗਰ ਆਪਾਂ ਆਪੋजिट ਕਰਨਾ ਚਾਹੀਏ ਬੇਟਾ, ਅਗਰ ਮੈਂ ਇਹ ਕਹਾਂ ਕਿ ਜੀ ਆਹ ਰਿਐਕਸ਼ਨ ਕਰਨਾ ਜੀ, ਆਇਰਨ ਹੈ ਉਹਨੂੰ ਅਸੀਂ ਜ਼ਿੰਕ ਸਲਫੇਟ ਦੇ ਘੋਲ ਦੇ ਵਿੱਚ ਪਾਉਂਦੇ ਹਾਂ ਤਾਂ ਕੀ ਹੋਏਗਾ? ਉਹੀ ਕਨਸੈਪਟ ਨੂੰ ਯਾਦ ਰੱਖਣਾ ਕਿ ਆਇਰਨ ਇਜ਼ ਲੈਸ ਰਿਐਕਟਿਵ ਦੈਨ ਜ਼ਿੰਕ, ਹੈ ਨਾ। ਆਇਰਨ ਜਿਹੜਾ ਜ਼ਿੰਕ ਸਲਫੇਟ ਜ਼ਿੰਕ ਨਾਲੋਂ ਘੱਟ ਰਿਐਕਟਿਵ ਹੈ। ਸੋ ਆਇਰਨ ਜਿਹੜਾ ਆ ਜ਼ਿੰਕ ਸਲਫੇਟ ਦੇ ਵਿੱਚੋਂ ਵਿਸਥਾਪਨ ਨਹੀਂ ਕਰੇਗਾ ਤਾਂ ਕੀ ਕਵਾਂਗੇ? देयर विल बी नो रिएक्शन, कोई प्रतिक्रिया नहीं होएगी। अंडरस्टैंडिंग बेटा एक कॉन्सैप्ट ध्यान रखना कि सिर्फ ज़्यादा क्रियाशील धात घट क्रियाशील धात ਨੂੰ ਉਹਦੇ ਘੋਲ ਚੋਂ ਵਿਸਥਾਪਿਤ ਕਰ ਸਕਦੀ। ਠੀਕ ਹੈ ਬੇਟਾ। ਨੈਕਸਟ ਕੁਐਸਚਨ ਹੈ, ਸੋਡੀਅਮ, ਆਕਸੀਜਨ ਅਤੇ ਮੈਗਨੀਸ਼ੀਅਮ ਦੀ ਇਲੈਕਟ੍ਰੋਨ ਬਿੰਦੂ ਰਚਨਾ ਲਿਖੋ। ਹੁਣ ਸੋਡੀਅਮ ਦੀ ਅਗਰ ਆਪਾਂ ਗੱਲ ਕਰੀਏ ਬੇਟਾ, ਜੋ ਸੋਡੀਅਮ ਦਾ ਐਟੋਮਿਕ ਨੰਬਰ ਹੈ ਉਹ ਹੁੰਦਾ 11। ਠੀਕ ਹੈ। ਸੋਡੀਅਮ ਦਾ ਜੋ ਐਟੋਮਿਕ ਨੰਬਰ ਹੈ 11 ਹੈ। ਦੈਟ ਮੀਨਸ ਉਹਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਹੈ 281। ਜਦੋਂ ਆਪਾਂ ਬੇਟਾ ਇਲੈਕਟ੍ਰੋਨ ਬਿੰਦੂ ਰਚਨਾ ਲਿਖਣੀ ਆ ਤਾਂ ਆਪਾਂ ਆਊਟਰ ਮੋਸਟ ਸ਼ੈਲ ਦੇ ਇਲੈਕਟ੍ਰੋਨ ਸ਼ੋ ਕਰਨੇ ਹੁੰਦੇ ਆ ਸਿੰਬਲ ਪਾ ਕੇ। ਠੀਕ ਹੈ। ਹੁਣ ਸੋਡੀਅਮ ਦਾ ਸਿੰਬਲ ਹੈ Na ਔਰ ਉਹਦੇ ਬਾਅਦ ਇੱਕ ਇਲੈਕਟ੍ਰੋਨ ਤਾਂ ਆਪਾਂ ਇੱਕ ਇਲੈਕਟ੍ਰੋਨ ਇੱਥੇ ਸ਼ੋ ਕਰ ਦਿੱਤਾ। ਠੀਕ। ਸੇਮ ਤਰੀਕੇ ਦੇ ਨਾਲ ਬੇਟਾ ਆਕਸੀਜਨ ਹੈ ਜੋ ਆਕਸੀਜਨ ਦੀ ਆਪਾਂ ਗੱਲ ਕਰੀਏ ਤਾਂ ਆਕਸੀਜਨ ਦਾ ਨੰਬਰ ਹੁੰਦਾ 8। ਸੋ ਪਹਿਲੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨ, ਦੂਜੇ ਵਿੱਚ 6। ਹੁਣ 6 ਇਲੈਕਟ੍ਰੋਨ ਨੂੰ ਆਪਾਂ ਆਕਸੀਜਨ ਦੇ ਆਲੇ ਦੁਆਲੇ ਡਰਾ ਕਰਨਾ ਤੇ ਕੀਤਾ ਹੋਇਆ ਤੁਹਾਡੇ। ਠੀਕ ਹੈ। ਆਕਸੀਜਨ ਦੇ ਆਲੇ ਦੁਆਲੇ ਆਪਾਂ 6 ਇਲੈਕਟ੍ਰੋਨਸ ਨੂੰ ਡਰਾ ਕਰਤਾ, ਇਹਦੀ ਇਲੈਕਟ੍ਰੋਨ ਬਿੰਦੂ ਰਚਨਾ ਹੋ ਗਈ। ਇੱਦਾਂ ਬੇਟਾ ਮੈਗਨੀਸ਼ੀਅਮ ਦਾ ਨੰਬਰ ਹੁੰਦਾ 12, ਮੀਨਸ 2 8 2 ਆਊਟਰ ਮੋਸਟ ਸ਼ੈਲ 'ਚ 2 ਇਲੈਕਟ੍ਰੋਨ, ਇੱਥੇ ਅਸੀਂ 2 ਡਰਾ ਕਰਤੇ। ਠੀਕ ਹੈ। ਸੋ ਇੱਦਾਂ ਆਪਾਂ ਇਲੈਕਟ੍ਰੋਨ ਬਿੰਦੂ ਰਚਨਾ ਜਿਹੜੀ ਹੈ ਕਿਸੇ ਵੀ ਐਟਮ ਦੀ ਆ ਉਹ ਬਣਾ ਸਕਦੇ ਹਾਂ। ਇਹਦਾ ਹੀ ਸੈਕੰਡ ਪਾਰਟ ਹੈ ਬੇਟਾ ਕਿ ਇਲੈਕਟ੍ਰੋਨਾਂ ਦੀ ਅਦਲਾ ਬਦਲੀ ਕਰਕੇ Na2O ਤੇ MgO ਦੀ ਸਿਰਜਣਾ ਕਰੋ। ਹੁਣ ਇਹਦੇ ਵਿੱਚ ਬੇਟਾ Na2O ਦੀ ਗੱਲ ਕਰ ਰਹੇ ਹਾਂ, ਹੈ ਨਾ। ਹੁਣ Na ਅਗਰ ਆਪਾਂ ਸਿਰਫ Na ਦੀ ਗੱਲ ਕਰੀਏ, ਇੱਕ ਸੋਡੀਅਮ ਦੇ ਆਊਟਰ ਮੋਸਟ ਸ਼ੈਲ 'ਚ ਇੱਕ ਇਲੈਕਟ੍ਰੋਨ ਹੈ। ਠੀਕ ਹੈ। ਇੱਕ ਆਕਸੀਜਨ ਦੇ ਆਊਟਰ ਮੋਸਟ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਬੇਟਾ? 1 2 3 4 5 ਐਂਡ 6। ਠੀਕ ਹੈ। ਇਹਦੇ ਆਊਟਰ ਮੋਸਟ ਸ਼ੈਲ ਦੇ ਵਿੱਚ 6 ਇਲੈਕਟ੍ਰੋਨ ਹੈ। ਹੁਣ ਦੇਖੋ ਰੂਲ ਹੈ ਕਿ ਕਿਸੇ ਵੀ ਐਟਮ ਨੇ ਆਪਣਾ ਆਕਟੇਟ ਪੂਰਾ ਕਰਨਾ ਹੋਵੇ, ਕਿਸੇ ਵੀ
ਐਟਮ ਨੇ ਕਿਸੇ ਨਾਲ ਰਿਐਕਟ ਕਰਨਾ ਹੋਵੇ ਤਾਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਆਕਟੇਟ ਪੂਰਾ ਕਰੇ। ਹੁਣ ਸੋਡੀਅਮ ਦਾ ਆਕਟੇਟ ਕਿੱਦਾਂ ਪੂਰਾ ਹੋਏਗਾ ਤੇ ਆਕਸੀਜਨ ਦਾ ਆਕਟੇਟ ਕਿੱਦਾਂ ਪੂਰਾ ਹੋਏਗਾ? ਹੁਣ ਸੋਡੀਅਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਸੀ ਬੇਟਾ? 2 8 1। ਦੈਟ ਮੀਨਸ ਅਗਰ ਇਹ ਇੱਕ ਇਲੈਕਟ੍ਰੋਨ ਇਹਦੇ ਵਿੱਚੋਂ ਬਾਹਰ ਨਿਕਲ ਜਾਏ, ਹੁਣ ਦੇਖੋ ਦੋ ਗੱਲਾਂ ਹੋ ਸਕਦੀਆਂ ਆਕਟੇਟ ਪੂਰਾ ਕਰਨ ਲਈ, ਜਾਂ ਤਾਂ 7 ਇਲੈਕਟ੍ਰੋਨ ਕਿਤੋਂ ਲਵੇ ਸੋਡੀਅਮ, ਜਾਂ ਇਹ ਇੱਕ ਇਲੈਕਟ੍ਰੋਨ ਕਿਸੇ ਨੂੰ ਦੇ ਦੇਵੇ। ਵਾਟ ਇਜ਼ ਈਜ਼ੀ? ਸੌਖਾ ਕੀ ਆ? ਇੱਕ ਇਲੈਕਟ੍ਰੋਨ ਰਿਲੀਜ਼ ਕਰਨਾ, ਲੂਜ਼ ਕਰਨਾ। ਸੋ ਕੀ ਕਰੇਗਾ ਕਿ ਸੋਡੀਅਮ ਕੋਸ਼ਿਸ਼ ਕਰੇਗਾ ਮੈਂ ਇੱਕ ਇਲੈਕਟ੍ਰੋਨ ਕਿਸੇ ਨੂੰ ਦੇ ਦੇਵਾਂ ਔਰ ਮੇਰਾ ਆਕਟੇਟ ਪੂਰਾ ਹੋ ਜਾਏ, ਆਊਟਰ ਮੋਸਟ ਸ਼ੈਲ 'ਚ ਮੇਰੇ 8 ਇਲੈਕਟ੍ਰੋਨ ਪੂਰੇ ਹੋ ਜਾਣ ਆਕਟੇਟ ਮੀਨ। ਠੀਕ ਇੱਦਾਂ ਹੀ ਬੇਟਾ ਆਕਸੀਜਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੁੰਦੀ ਹੈ? 2 6। ਇਹਦਾ ਆਕਟੇਟ ਕਦੋਂ ਪੂਰਾ ਹੋਏਗਾ? ਜਦੋਂ ਨੂੰ 2 ਇਲੈਕਟ੍ਰੋਨ ਚਾਹੀਦੇ ਹੋਣਗੇ, 2 ਇਲੈਕਟ੍ਰੋਨ ਨੂੰ ਮਿਲ ਜਾਣ ਕਿਤੇੋਂ, ਇਹਦਾ ਆਕਟੇਟ ਪੂਰਾ ਹੋ ਜਾਏ। ਹੁਣ 6 ਇਲੈਕਟ੍ਰੋਨ ਦਊਗਾ ਨਹੀਂ ਕਿਸੇ ਤੋਂ, ਇਹ 2 ਇਲੈਕਟ੍ਰੋਨ ਲੈਣ ਦੀ ਕੋਸ਼ਿਸ਼ ਕਰੇਗਾ। ਠੀਕ ਹੈ। ਔਰ ਜਦੋਂ ਇੱਕ ਸੋਡੀਅਮ ਇੱਕ ਆਕਸੀਜਨ ਦੇ ਕੋਲ ਜਾਂਦਾ, ਮਤਲਬ ਇੱਕ ਸੋਡੀਅਮ ਦੇ ਕੋਲ ਇੱਕ ਇਲੈਕਟ੍ਰੋਨ ਹੈ, ਇੱਕ ਆਕਸੀਜਨ ਨੂੰ 2 ਚਾਹੀਦੇ ਆ, ਉਹ ਆਕਸੀਜਨ ਕਹਿੰਦਾ ਨਹੀਂ ਬਈ ਤੂੰ ਇੱਦਾਂ ਨਹੀਂ, ਮੈਂ ਨਹੀਂ ਤੇ ਤੂੰ ਇੱਕ ਇਲੈਕਟ੍ਰੋਨ ਲੈਣਾ, ਮੈਨੂੰ ਕੀ ਫਾਇਦਾ, ਇੱਕ ਇਲੈਕਟ੍ਰੋਨ ਹੋਰ ਲੈ ਕੇ ਆ। ਉਹ ਫਿਰ ਸੋਡੀਅਮ ਇੱਕ ਹੋਰ ਸੋਡੀਅਮ ਨੂੰ ਰਿਕੁਐਸਟ ਕਰਦਾ ਕਿ ਭਾਈ ਆ ਜਾ ਕਿ ਆਪਾਂ ਆਕਸੀਜਨ ਨਾਲ ਬੌਂਡ ਬਣਾ ਲਈਏ। ਠੀਕ ਹੈ। ਦੈਟ ਮੀਨਸ ਕਿ 2 ਸੋਡੀਅਮ ਜਿਹੜੇ ਆ ਬੇਟਾ ਇੱਕ ਆਕਸੀਜਨ ਨੂੰ ਇਲੈਕਟ੍ਰੋਨ ਡੋਨੇਟ ਕਰ ਸਕਦੇ ਆ, ਕਿਉਂਕਿ 2 ਸੋਡੀਅਮ ਕੋਲ 2 ਇਲੈਕਟ੍ਰੋਨ ਹੋਣਗੇ ਔਰ ਆਕਸੀਜਨ ਨੂੰ ਚਾਹੀਦੇ ਕਿੰਨੇ ਆ? 2 ਹੀ ਚਾਹੀਦੇ ਆ। ਠੀਕ ਹੈ। ਸੋ ਕੀ ਹੋਏਗਾ ਅਗਰ ਆਪਾਂ ਇਹਦੇ ਰਿਐਕਸ਼ਨ ਦੀ ਗੱਲ ਕਰੀਏ ਤਾਂ ਰਿਐਕਸ਼ਨ ਕਿੱਦਾਂ ਹੋਏਗਾ? ਠੀਕ ਹੈ। ਇਲੈਕਟ੍ਰੋਨ ਦੀ ਅਦਲਾ ਬਦਲੀ ਕਿੱਦਾਂ ਹੋਏਗੀ ਕਿ ਸੋਡੀਅਮ ਆਪਣੇ ਦੋਨੋਂ ਇਲੈਕਟ੍ਰੋਨ, 2 ਸੋਡੀਅਮ ਆਪਣੇ 2 ਇਲੈਕਟ੍ਰੋਨ ਜਿਹੜੇ ਆ ਇੱਕ ਆਕਸੀਜਨ ਨੂੰ ਡੋਨੇਟ ਕਰ ਦਿੰਦੇ ਆ। ਠੀਕ ਹੈ। ਔਰ ਜੋ ਫਿਰ ਕੰਪਾਊਂਡ ਬਣੇਗਾ ਉਹ ਕੀ ਬਣੇਗਾ ਬੇਟਾ? Na2O। ਦੈਟ ਮੀਨਸ ਕਿ ਇੱਕ ਆਕਸੀਜਨ ਦੇ ਨਾਲ 2 ਸੋਡੀਅਮ ਜਿਹੜੇ ਆ ਉਹ ਕੰਬਾਈਨ ਕਰ ਗਏ। ਠੀਕ ਸੇਮ ਅਗਰ ਆਪਾਂ ਗੱਲ ਕਰੀਏ ਮੈਗਨੀਸ਼ੀਅਮ ਆਕਸਾਈਡ ਦੀ, ਹੁਣ ਮੈਗਨੀਸ਼ੀਅਮ ਦੇ ਵਿੱਚ ਬੇਟਾ ਕਿੰਨੇ ਇਲੈਕਟ੍ਰੋਨ ਹੈ? ਮੈਗਨੀਸ਼ੀਅਮ ਦਾ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਆ? 2 8 2। ਹੁਣ ਇਹਦੇ ਕੋਲ ਵੀ 2 ਇਲੈਕਟ੍ਰੋਨ ਵਾਧੂ ਆ, 2 ਇਲੈਕਟ੍ਰੋਨ ਕਿਸੇ ਨੂੰ ਦੇ ਆਕਟੇਟ ਬਣ ਜਾਏਗਾ। ਆਕਸੀਜਨ ਕੋਲ ਆਪਾਂ ਆਲਰੇਡੀ ਕਹਿ ਚੁੱਕੇ ਹਾਂ ਕਿ 2 6, ਇਹਨੂੰ 2 ਇਲੈਕਟ੍ਰੋਨ ਚਾਹੀਦੇ ਆ। ਸਿੰਪਲ, ਇੱਕ ਮੈਗਨੀਸ਼ੀਅਮ ਇੱਕ ਆਕਸੀਜਨ ਨੂੰ 2 ਇਲੈਕਟ੍ਰੋਨ ਆਪਣੇ ਡੋਨੇਟ ਕਰ ਦਿੰਦਾ। ਓਕੇ। ਸੋ ਕੰਪਾਊਂਡ ਕੀ ਬਣ ਜਾਂਦਾ? MgO। ਕਲੀਅਰ? ਓਕੇ। ਨੈਕਸਟ ਕੁਐਸਚਨ ਹੈ ਬੇਟਾ, ਇਹਨਾਂ ਯੌਗਾਂ ਵਿੱਚ ਕਿਹੜੇ ਆਇਨ ਮੌਜੂਦ ਹੁੰਦੇ ਹਨ? ਉੱਪਰਲੇ ਯੌਗਾਂ ਦੀ ਗੱਲ ਕਰ ਰਹੇ, ਆਇਨ ਕਿਹੜੇ ਕਿਹੜੇ ਇਹਦੇ ਵਿੱਚ? ਅਗਰ ਉੱਪਰਲੇ ਯੌਗਿਕ ਦੀ ਗੱਲ ਕਰੀਏ ਬੇਟਾ ਤੇ ਇਹਦੇ ਵਿੱਚ ਸੋਡੀਅਮ ਹੈ। ਠੀਕ ਹੈ। ਸੋਡੀਅਮ ਆਇਨ ਕੀ ਬਣੇਗਾ ਬੇਟਾ? ਜਦੋਂ ਇੱਕ ਇਲੈਕਟ੍ਰੋਨ ਸੋਡੀਅਮ ਰਿਲੀਜ਼ ਕਰ ਦੇਗਾ ਤਾਂ ਇੱਕ ਪੋਜ਼ਿਟਿਵ ਚਾਰਜ ਆ ਜਾਏਗਾ। ਨੈਗੇਟਿਵ ਪੋਜ਼ਿਟਿਵ ਚਾਰਜ ਕਿੱਦਾਂ ਆਉਂਦੇ ਆ? ਆਪਾਂ ਪੜ੍ਹ ਚੁੱਕੇ ਹਾਂ ਬੇਟਾ 9th ਦੇ ਵਿੱਚ ਵੀ ਕੀਤਾ। ਜਿੰਨੇ ਇਲੈਕਟ੍ਰੋਨ ਲੂਜ਼ ਕਰੇਗਾ ਉਨਾ ਪੋਜ਼ਿਟਿਵ ਚਾਰਜ ਆਏਗਾ। ਠੀਕ ਹੈ। ਹੁਣ ਜਿੱਦਾਂ ਮੈਂ ਸੋਡੀਅਮ ਦੇ ਵਿੱਚ ਬੇਟਾ ਕੀ ਆ, 11 ਇਲੈਕਟ੍ਰੋਨ ਹੁੰਦੇ ਆ ਤੇ 11 ਹੀ ਪ੍ਰੋਟੋਨ ਹੁੰਦੇ ਆ। ਠੀਕ ਹੈ। ਪ੍ਰੋਟੋਨ ਤੇ ਪੋਜ਼ਿਟਿਵ ਚਾਰਜ ਹੈ, ਪ੍ਰੋਟੋਨ ਦੇ ਉੱਪਰ ਪੋਜ਼ਿਟਿਵ ਚਾਰਜ ਹੁੰਦਾ, ਇਲੈਕਟ੍ਰੋਨ ਤੇ ਨੈਗੇਟਿਵ ਚਾਰਜ ਹੁੰਦਾ। ਠੀਕ ਹੈ। ਹੁਣ ਜਦੋਂ ਇੱਕ ਇਲੈਕਟ੍ਰੋਨ ਰਿਲੀਜ਼ ਹੋ ਗਿਆ ਇਹਦੇ ਵਿੱਚੋਂ, ਇੱਕ ਇਲੈਕਟ੍ਰੋਨ ਨਿਕਲ ਜਾਂਦਾ ਆਪਾਂ ਕਹਿੰਦੇ ਸੋਡੀਅਮ ਚੋਂ, ਤੇ ਇਲੈਕਟ੍ਰੋਨ 10 ਰਹਿ ਗਿਆ, ਮਤਲਬ ਨੈਗੇਟਿਵ ਚਾਰਜ 10 ਰਹਿ ਗਿਆ, ਪ੍ਰੋਟੋਨ 11 ਹੀ ਆ, ਤੇ ਇੱਕ ਪੋਜ਼ਿਟਿਵ ਚਾਰਜ ਵੱਧ ਗਿਆ। ਦੈਟਸ ਵਾਈ ਸੋਡੀਅਮ ਦੇ ਉੱਪਰ ਇੱਕ ਪੋਜ਼ਿਟਿਵ ਚਾਰਜ ਆ ਜਾਂਦਾ। ਠੀਕ ਹੈ। ਮੈਗਨੀਸ਼ੀਅਮ ਦੇ ਵਿੱਚ ਕੀ ਹੋਏਗਾ? ਮੈਗਨੀਸ਼ੀਅਮ ਕੋਲ 2 ਇਲੈਕਟ੍ਰੋਨ ਐਕਸਟਰਾ ਆ, 2 ਇਲੈਕਟ੍ਰੋਨ ਲੂਜ਼ ਕਰ ਦਿੰਦੇ ਆ। ਮੈਗਨੀਸ਼ੀਅਮ ਦੇ ਕੋਲ 12 ਇਲੈਕਟ੍ਰੋਨ ਹੈ, 12 ਹੀ ਪ੍ਰੋਟੋਨ ਹੈ। ਬਟ ਜਦੋਂ ਉਹ 2 ਇਲੈਕਟ੍ਰੋਨ ਲੂਜ਼ ਕਰ ਦਿੰਦਾ ਤਾਂ ਇਲੈਕਟ੍ਰੋਨ 10 ਰਹਿ ਗਿਆ, ਪ੍ਰੋਟੋਨ ਨਿਊਕਲੀਅਸ ਦੇ ਵਿੱਚ ਉਹ 12 ਹੀ ਆ, ਸੋ ਤੇ 2 ਪੋਜ਼ਿਟਿਵ ਚਾਰਜ ਆ ਜਾਂਦਾ। ਠੀਕ ਹੈ। ਇੱਦਾਂ ਹੀ ਆਕਸੀਜਨ ਜਿਹੜਾ ਆ ਉਹਦੇ ਵਿੱਚ 8 ਜਿਹੜੇ ਇਲੈਕਟ੍ਰੋਨ ਹੈ, 8 ਪ੍ਰੋਟੋਨ ਹੈ। ਠੀਕ ਹੈ। 2 6 ਇਲੈਕਟ੍ਰੋਨ ਕਨਫੀਗਰੇਸ਼ਨ ਆਪਾਂ ਕੀਤੀ ਆ। ਉਹ ਕੀ ਕਰੇਗਾ? 2 ਇਲੈਕਟ੍ਰੋਨ ਲੈ ਲਏਗਾ। ਦੈਟ ਮੀਨਸ ਉਹਦੇ ਕੋਲ ਹੁਣ 10 ਇਲੈਕਟ੍ਰੋਨ ਹੋ ਗਏ। ਪ੍ਰੋਟੋਨ ਕਿੰਨੇ? 8। ਕੀ ਵੱਧ ਗਿਆ? ਇਲੈਕਟ੍ਰੋਨਸ ਵੱਧ ਗਿਆ। ਦੈਟਸ ਵਾਈ ਉੱਤੇ ਬੇਟਾ 2 ਨੈਗੇਟਿਵ ਚਾਰਜ ਆ ਜਾਂਦਾ। ਠੀਕ ਹੈ। ਦੈਟਸ ਵਾਈ ਇਹਦੇ ਵਿੱਚ ਆਪਾਂ ਕਹਾਂਗੇ ਕਿ ਸੋਡੀਅਮ ਆਇਨ ਮੌਜੂਦ ਹੈ, ਮੈਗਨੀਸ਼ੀਅਮ ਆਇਨ ਮੌਜੂਦ ਹੈ ਤੇ ਆਕਸੀਜਨ ਆਇਨ ਮੌਜੂਦ ਹੈ। ਨੈਕਸਟ, ਆਇਨੀ ਯੌਗਾਂ ਦੇ ਪਿਘਲਣ ਅੰਕ ਕਿਉਂ ਵੱਧ ਹੁੰਦੇ ਹਨ? ਹੁਣ ਦੇਖੋ ਆਇਨੀ ਯੌਗਿਕ ਬੇਟਾ ਕਿੱਦਾਂ ਬਣਦੇ ਆ? ਉਹ ਇਲੈਕਟ੍ਰੋਨ ਲੂਜ਼ ਕਰਕੇ ਜਾਂ ਗੇਨ ਕਰਕੇ। ਇੱਕ ਇਲੈਕਟ੍ਰੋਨ, ਕੋਈ ਪਰਮਾਣੂ ਆ, ਕੋਈ ਐਟਮ ਇਲੈਕਟ੍ਰੋਨ ਲੂਜ਼ ਕਰੇਗਾ, ਦੂਜਾ ਕੋਈ ਪਰਮਾਣੂ ਇਲੈਕਟ੍ਰੋਨ ਗੇਨ ਕਰੇਗਾ। ਠੀਕ ਹੈ। ਸੋ ਉਹਨਾਂ ਦੇ ਵਿੱਚ ਆਇਨ ਬਣਦੇ ਆ, ਧਨ ਅਤੇ ਰਿਣ ਆਇਨ ਬਣਦੇ ਆ।
ਔਰ ਉਹਨਾਂ ਦੇ ਵਿੱਚ ਬੇਟਾ ਧਨ ਤੇ ਰਿਣਾ ਇਹਨਾਂ ਦੇ ਵਿੱਚ ਬੜਾ ਸਥਿਰ ਜਿਹੜਾ ਇੱਕ ਬਿਜਲੀ ਬਲ ਹੁੰਦਾ, ਬਹੁਤ ਸਟਰੋਂਗ ਬਲ ਹੁੰਦਾ ਉਹਨਾਂ ਦੇ ਵਿੱਚ। ਔਰ ਉਹਨਾਂ ਬੱਲਾਂ ਨੂੰ ਬ੍ਰੇਕ ਕਰਨ ਦੇ ਲਈ, ਉਹਨਾਂ ਆਇਨਾਂ ਨੂੰ ਇੱਕ ਦੂਜੇ ਤੋਂ ਦੂਰ ਕਰਨ ਦੇ ਲਈ ਬਹੁਤ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਠੀਕ ਹੈ। ਔਰ ਕੋਈ ਵੀ ਯੌਗਿਕ ਉਦੋਂ ਪਿਘਲੇਗਾ ਜਦੋਂ ਉਹਨਾਂ ਦਾ ਬੌਂਡ ਹੈ ਜੋ ਬ੍ਰੇਕ ਹੋਏਗਾ। ਇਸ ਲਈ ਉਹ ਬ੍ਰੇਕ ਨਹੀਂ ਹੁੰਦਾ ਈਜ਼ੀਲੀ, ਇਸ ਲਈ ਉਹਨਾਂ ਦੇ ਪਿਘਲਣ ਅੰਕ ਜਿਹੜੇ ਆ ਬਹੁਤ ਜ਼ਿਆਦਾ ਹੁੰਦੇ ਆ। ਨੈਕਸਟ ਕੁਐਸਚਨ ਹੈ ਬੇਟਾ, ਹੇਠ ਲਿਖੇ ਪਦਾਂ ਦੀ ਪਰਿਭਾਸ਼ਾ ਦਿਓ। ਡੈਫੀਨੇਸ਼ਨ ਪੁੱਛੀ ਹੋਈ ਹੈ ਕੁਛ ਇੰਪੋਰਟੈਂਟ। ਪਹਿਲਾ ਹੈ ਖਣਿਜ। ਪ੍ਰਿਥਵੀ ਦੀ ਪੇਪੜੀ ਦੇ ਵਿੱਚ ਬੇਟਾ ਜੋ ਵੀ ਕੁਦਰਤੀ ਤੌਰ 'ਤੇ ਮਿਲਣ ਵਾਲੇ ਤੱਤ ਹੈ ਜਾਂ ਯੌਗਿਕ ਹੈ ਉਹਨਾਂ ਨੂੰ ਅਸੀਂ ਖਣਿਜ ਕਹਿੰਦੇ ਹਾਂ। ਠੀਕ। ਔਰ ਕੱਚੀ ਧਾਤ ਬੇਟਾ ਉਹ ਹੁੰਦੀ ਆ, ਉਹ ਖਣਿਜ ਜਿਨ੍ਹਾਂ ਦੇ ਵਿੱਚੋਂ ਧਾਤਾਂ ਦੀ ਮਾਤਰਾ ਮੌਜੂਦ ਹੁੰਦੀ ਹੈ ਔਰ ਜਿਨ੍ਹਾਂ ਦੇ ਵਿੱਚੋਂ ਅਸੀਂ ਧਾਤਾਂ ਨੂੰ ਲਾਹੇਵੰਦ ਤਰੀਕੇ ਦੇ ਨਾਲ ਬਾਹਰ ਕੱਢ ਸਕਦੇ ਹਾਂ, ਉਹਨਾਂ ਦਾ ਨਿਸ਼ਕਰਸ਼ਣ ਕਰ ਸਕਦੇ ਹਾਂ, ਸੋ ਉਹਨਾਂ ਨੂੰ ਕੱਚੀ ਧਾਤ ਕਹਿ ਦਿੰਦੇ ਆ। ਠੀਕ ਹੈ। ਇਹਦਾ ਮਤਲਬ ਇਹ ਹੈ ਕਿ ਕੱਚੀ ਧਾਤ ਉਹਨੂੰ ਕਵਾਂਗੇ, ਹੈ ਤਾਂ ਖਣਿਜ ਹੀ ਕੱਚੀ ਧਾਤ ਵੀ। ਠੀਕ ਹੈ। ਬਟ ਜਿਨ੍ਹਾਂ ਦੇ ਵਿੱਚੋਂ ਆਪਾਂ ਧਾਤਾਂ ਕੱਢ ਸਕਦੇ ਹਾਂ ਉਹਨੂੰ ਅਸੀਂ ਕੱਚੀ ਧਾਤ ਕਹਿ ਦਿੰਦੇ ਹਾਂ, ਅਦਰਵਾਈਜ਼ ਉਹ ਖਣਿਜ ਹੈ। ਇਹਦਾ ਮਤਲਬ ਇਹ ਹੋਇਆ ਕਿ ਸਾਰੇ ਦੇ ਸਾਰੇ ਖਣਿਜ ਕੱਚੀ ਧਾਤ ਹੁੰਦੇ ਆ। ਠੀਕ ਹੈ। ਪਰ ਸਾਰੀਆਂ ਕੱਚੀਆਂ ਧਾਤਾਂ ਜਿਹੜੀਆਂ ਆ, ਆਪਾਂ ਇਹ ਕਹਿ ਸਕਦੇ ਹਾਂ ਕਿ ਸਾਰੀਆਂ ਕੱਚੀਆਂ ਧਾਤਾਂ ਬੇਟਾ ਜਿਹੜੀਆਂ ਉਹ ਖਣਿਜ ਹੁੰਦੇ ਆ। ਸੌਰੀ, ਮੈਂ ਪਹਿਲਾਂ ਉਲਟਾ ਕਹਿ ਗਿਆ ਸ਼ਾਇਦ। ਸਾਰੀਆਂ ਕੱਚੀ ਧਾਤਾਂ ਜਿਹੜੀਆਂ ਆ ਉਹ ਖਣਿਜ ਹੁੰਦੀਆਂ, ਪਰ ਸਾਰੇ ਖਣਿਜ ਕੱਚੀ ਧਾਤ ਨਹੀਂ ਹੁੰਦੇ। ਠੀਕ। ਥਰਡ ਹੈਗਾ ਬੇਟਾ ਗੈਂਗ। ਕੱਚੀ ਧਾਤ ਵਿੱਚ ਮੌਜੂਦ ਮਿੱਟੀ ਅਤੇ ਰੇਤ ਵਰਗੀਆਂ ਅਸ਼ੁੱਧੀਆਂ ਨੂੰ ਗੈਂਗ ਕਹਿੰਦੇ ਆ। ਜੋ ਕੱਚੀ ਧਾਤ ਆਪਾਂ ਜਿਹਦੇ ਵਿੱਚੋਂ ਧਾਤਾਂ ਕੱਢਣੀਆਂ ਹੁੰਦੀਆਂ ਬੇਟਾ, ਉਹਦੇ ਵਿੱਚ ਬਹੁਤ ਕੁਝ ਹੁੰਦਾ ਐਕਸਟਰਾ ਚੀਜ਼ਾਂ, ਮਿੱਟੀ ਵੀ ਆ, ਰੇਤਾ ਵੀ ਆ, ਉਹਨਾਂ ਨੂੰ ਆਪਾਂ ਗੈਂਗ ਕਹਿੰਦੇ ਹਾਂ। ਠੀਕ। ਨੈਕਸਟ ਕੁਐਸਚਨ ਹੈ ਬੇਟਾ, ਦੋ ਧਾਤਾਂ ਦੇ ਨਾਂ ਦੱਸੋ ਜੋ ਪ੍ਰਕਿਰਤੀ ਵਿੱਚ ਮੁਕਤ ਅਵਸਥਾ ਵਿੱਚ ਮਿਲਦੀਆਂ, ਫ੍ਰੀ ਸਟੇਟ ਦੇ ਵਿੱਚ, ਜਿਹੜੀ ਈਜ਼ੀਲੀ ਕੰਬਾਈਨ ਨਹੀਂ ਕਰਦੀਆਂ ਕਿਸੇ ਨੂੰ, ਉਹੀ ਫ੍ਰੀ ਹੋਣਗੀਆਂ ਧਾਤਾਂ। ਉਹ ਕਿਹੜੀ ਕਿਹੜੀ ਆ? ਸੋਨਾ, ਚਾਂਦੀ ਤੇ ਪਲਾਟੀਨਮ। ਸੋਨਾ ਆਪਾਂ ਦੇਖਦੇ ਹਾਂ ਬੇਟਾ, ਆਪਾਂ ਗਹਿਣੇ ਬਣਾਉਂਦੇ ਸੋਨੇ ਦੇ, ਬੜੀ ਦੇਰ ਸਾਡੇ ਕੋਲ ਪਏ ਰਹਿੰਦੇ ਆ, ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ, ਹੈ ਨਾ, ਖਰਾਬ ਨਹੀਂ ਹੁੰਦੇ। ਆਪਾਂ ਲੋਹੇ ਨੂੰ ਰੱਖ ਕੇ ਦੇਖ ਲਓ, ਲੋਹੇ ਨੂੰ ਜੰਗਾੜ ਲੱਗ ਜਾਂਦਾ, ਹੈ ਨਾ। ਦੈਟਸ ਵਾਈ ਇਹ ਪ੍ਰਕਿਰਤੀ ਵਿੱਚ ਸਾਨੂੰ ਮੁਕਤ ਅਵਸਥਾ ਵਿੱਚ ਮਿਲਦੀਆਂ, ਮਤਲਬ ਈਜ਼ੀਲੀ ਕੰਬਾਈਨ ਨਹੀਂ ਕਰਨਗੇ ਕਿਸੇ ਨੂੰ। ਨੈਕਸਟ ਹੈਗਾ ਕੁਐਸਚਨ ਬੇਟਾ, ਧਾਤ ਨੂੰ ਉਸਦੇ ਆਕਸਾਈਡ ਤੋਂ ਪ੍ਰਾਪਤ ਕਰਨ ਲਈ ਕਿਹੜੀ ਰਸਾਇਣਿਕ ਪ੍ਰਤੀਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ? ਹੁਣ ਧਾਤਾਂ ਨੂੰ ਉਹਦੇ ਆਕਸਾਈਡ ਚੋਂ ਅਲੱਗ ਕਰਨ ਦੇ ਲਈ ਕਿਹੜੀ ਰਸਾਇਣਿਕ ਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ? ਸੋ ਧਾਤਾਂ ਦੇ ਆਕਸਾਈਡਾਂ ਤੋਂ ਕਾਰਬਨ ਜਾਂ ਵੱਧ ਕਿਰਿਆਸ਼ੀਲ ਧਾਤਾਂ ਨਾਲ ਗਰਮ ਕਰਕੇ ਲਘੂਕਰਨ ਵਿਧੀ ਨਾਲ ਧਾਤਾਂ ਦਾ ਨਿਸ਼ਕਰਸ਼ਣ ਕੀਤਾ ਜਾਂਦਾ। ਜਿਵੇਂ ਬੇਟਾ ਆਪਾਂ ਗੱਲ ਕਰ ਸਕਦੇ ਹਾਂ ਕਿ ਆਇਰਨ ਦੀ ਜਿਹੜੀ ਕੱਚੀ ਧਾਤ ਹੈ ਉਹ ਹੈਗੀ ਹੈਮੇਟਾਈਟ, Fe2O3। ਆਇਰਨ ਆਕਸਾਈਡ ਦੀ ਧਾਤ ਹੈ ਜੋ ਆਇਰਨ ਹੈ, ਉਹ 'ਚੋਂ ਅਗਰ ਆਕਸੀਜਨ ਨੂੰ ਆਪਾਂ ਬਾਹਰ ਕੱਢਣਾ ਹੋਵੇ ਤਾਂ ਆਪਾਂ ਕਾਰਬਨ ਨਾਲ ਉਹਦੀ ਰਿਐਕਸ਼ਨ ਕਰਵਾਉਂਦੇ ਆ, ਔਰ ਕਾਰਬਨ ਕੀ ਕਰੇਗਾ? ਆਕਸੀਜਨ ਨੂੰ ਬਾਹਰ ਕੱਢ ਲਏਗਾ। ਹੁਣ ਆਕਸੀਜਨ ਨੂੰ ਰਿਲੀਜ਼ ਕਰਨ ਨੂੰ ਆਪਾਂ ਕੀ ਕਹਿੰਦੇ ਬੇਟਾ? ਲਘੂਕਰਨ। ਆਕਸੀਜਨ ਨੂੰ ਐਡ ਕਰਨ ਨੂੰ ਕੀ ਕਹਿੰਦੇ? ਆਕਸੀਕਰਨ। ਸੋ ਮਤਲਬ ਕਿ ਇਹ ਧਾਤਾਂ ਦੇ ਆਕਸਾਈਡਾਂ ਦੇ ਵਿੱਚੋਂ ਅਗਰ ਆਪਾਂ ਆਕਸੀਜਨ ਨੂੰ ਬਾਹਰ ਕੱਢਣਾ ਤਾਂ ਉਹਨੂੰ ਅਸੀਂ ਲਘੂਕਰਨ ਵਿਧੀ ਦੇ ਨਾਲ ਬਾਹਰ ਕੱਢ ਸਕਦੇ ਹਾਂ। ਠੀਕ। ਨੈਕਸਟ ਕੁਐਸਚਨ ਹੈ ਬੇਟਾ, ਜ਼ਿੰਕ, ਮੈਗਨੀਸ਼ੀਅਮ ਅਤੇ ਕਾਪਰ ਦੇ ਧਾਤਵੀ ਆਕਸਾਈਡਾਂ ਨੂੰ ਹੇਠ ਲਿਖੀਆਂ ਧਾਤਾਂ ਨਾਲ ਵੱਖ-ਵੱਖ ਗਰਮ ਕੀਤਾ ਗਿਆ। ਠੀਕ ਹੈ। ਜ਼ਿੰਕ, ਮੈਗਨੀਸ਼ੀਅਮ ਅਤੇ ਕਾਪਰ, ਤਿੰਨ ਧਾਤਵੀ ਆਕਸਾਈਡ ਹੈਗਾ। ਜ਼ਿੰਕ ਆਕਸਾਈਡ ਹੈ, ਮੈਗਨੀਸ਼ੀਅਮ ਆਕਸਾਈਡ ਹੈ ਅਤੇ ਕਾਪਰ ਆਕਸਾਈਡ ਹੈ। ਦੱਸੋ ਕਿਸ ਸਥਿਤੀ ਵਿੱਚ ਰਸਾਇਣਿਕ ਵਿਸਥਾਪਨ ਪ੍ਰਤੀਕਿਰਿਆ ਹੋਵੇਗੀ? ਉਹੀ ਗੱਲ ਯਾਦ ਰੱਖਣੀ ਬੇਟਾ, ਵਿਸਥਾਪਨ ਕਿਰਿਆ। ਹੁਣ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਧਾਤ ਕਿਹੜੀ ਆ? ਜ਼ਿੰਕ, ਮੈਗਨੀਸ਼ੀਅਮ ਅਤੇ ਕਾਪਰ 'ਚੋਂ ਸਭ ਤੋਂ ਜ਼ਿਆਦਾ ਮੈਗਨੀਸ਼ੀਅਮ ਹੈ, ਉਸ ਤੋਂ ਘੱਟ ਜ਼ਿੰਕ ਹੈ, ਉਸ ਤੋਂ ਘੱਟ ਕਾਪਰ ਹੈ। ਦੈਟ ਮੀਨਸ ਵਿਸਥਾਪਨ ਕਿੱਦਾਂ ਹੋਏਗਾ? ਹੁਣ ਜਿਹੜੀ ਮੈਗਨੀਸ਼ੀਅਮ ਹੈ ਬੇਟਾ ਉਹ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਹੈ, ਸੋ ਉਹ ਕੀ ਕਰੇਗਾ? ਜ਼ਿੰਕ ਆਕਸਾਈਡ 'ਚੋਂ ਜ਼ਿੰਕ ਨੂੰ ਵਿਸਥਾਪਿਤ ਕਰ ਦਿਓ, ਮੈਗਨੀਸ਼ੀਅਮ ਆਕਸਾਈਡ ਨਾਲ ਮੈਗਨੀਸ਼ੀਅਮ ਦਾ ਚਲੋ ਰਿਐਕਸ਼ਨ ਨਹੀਂ ਹੈ, ਕਾਪਰ ਆਕਸਾਈਡ ਦੇ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰ ਦਿਓ। ਠੀਕ। ਕਿਹੜੀਆਂ ਧਾਤਾਂ ਆਸਾਨੀ ਨਾਲ ਨਹੀਂ ਖੁਰਦੀਆਂ? ਸੋਨਾ ਤੇ ਪਲਾਟੀਨਮ ਵਰਗੀ ਧਾਤ ਆਸਾਨੀ ਨਾਲ ਨਹੀਂ ਖੁਰਦੀ, ਬਹੁਤ ਘੱਟ ਕਿਰਿਆਸ਼ੀਲ ਹੈ। ਤੇ ਨੈਕਸਟ ਲਾਸਟ ਕੁਐਸਚਨ ਹੈ 15th ਬੇਟਾ, ਜੋ ਇਨ ਬਿਟਵੀਨ ਕੁਐਸਚਨ ਹੈ ਤੁਹਾਡੇ ਬੁੱਕ ਦੇ, ਮਿਸ਼ਰ ਧਾਤਾਂ ਕੀ ਹੁੰਦੀਆਂ ਹਨ? ਹੁਣ ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਧਾਤਾਂ ਦੇ ਬੇਟਾ ਸਮਅੰਗੀ ਮਿਸ਼ਰਣ ਨੂੰ, ਜਦੋਂ ਉਹਨੂੰ ਮਿਕਸ ਕੀਤਾ, ਸਮਅੰਗੀ ਮੀਨ ਉਹਨੂੰ ਆਪਾਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਜਦ ਬਣ ਗਏ ਉਹ, ਉਹਨੂੰ ਅਸੀਂ ਐਲੋਏ ਜਾਂ ਮਿਸ਼ਰ ਧਾਤ ਕਹਿੰਦੇ ਹਾਂ। ਜਿਵੇਂ ਸਟੀਲ ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਹਾਂ ਬੇਟਾ, ਉਹ ਇੱਕ ਐਗਜ਼ਾਮਪਲ ਹੈ ਐਲੋਏ ਦੀ। ਠੀਕ ਹੈ ਬੇਟਾ। ਸੋ ਟਾਈਮ ਦੇ ਅਕੋਰਡਿੰਗਲੀ ਬੇਟਾ ਇੰਨੇ ਕੁ ਆਪਾਂ ਕੁਐਸਚਨ ਡਿਸਕਸ ਕੀਤੇ ਆ, ਬਾਕੀ ਕੁਐਸਚਨ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਬੇਟਾ, ਹੈਵ ਏ ਨਾਈਸ ਡੇ।